वाहिगुरू जी का खालसा वाहिगुरू जी की फतेह। पंजाबी ऑडियो बुक सुन रहे सारे ਸਰੋਤਿਆਂ ਨੂੰ मेरे ਮਨਿੰਦਰ कौर ਵੱਲੋਂ प्यार भरी सत श्री अकाल। खालसा राज दे विदेशी करिंदे भाग दूजा पन्ना नंबर 95। फ्रांसीसी करिंदे। नाम एलार्ड, कौमियत फ्रांसीसी, नौकरी का समा मार्च 1822 तो 39 ਅਤੇ तलब 3500 प्रति महीना। जन्म एलार्ड का जन्म 8 मार्च सन 1785 ਨੂੰ फ्रांस ਦੇ ਇੱਕ ਨਿੱਕੇ ਜਿਹੇ ਪਿੰਡ ਸੈਂਟ ਟ੍ਰੋਪੇਜ਼ ਵਿੱਚ ਹੋਇਆ। ਜੀਵਨ ਦੇ 18ਵੇਂ ਸਾਲ ਵਿੱਚ ਪੈਰ ਧਰਦਿਆਂ ਹੀ ਅਰਥਾਤ ਸਨ 1803 ਵਿੱਚ ਉਹ फ्रांस ਦੀ ਪ੍ਰਸਿੱਧ ਰੈਜੀਮੈਂਟ 23 ਡਰੈਗੂਨਸ ਵਿੱਚ ਭਰਤੀ ਹੋ ਗਿਆ। ਸਨ 1807 ਵਿੱਚ ਐਲਾਰਡ ਨੂੰ ਸ਼ਾਹੀ ਗਾਰਡ ਵਿੱਚ ਕੁਆਰਟਰ ਮਾਸਟਰ ਦੇ ਅਹੁਦੇ ਪਰ ਬਦਲ ਦਿੱਤਾ ਗਿਆ। ਇਸ ਦੇ ਉਪਰੰਤ ਸਨ 1809 ਵਿੱਚ ਉਸ ਨੂੰ ਲੈਫਟੀਨੈਂਟ ਦੀ ਪਦਵੀ ਪਰ ਤਰੱਕੀ ਦਿੱਤੀ ਗਈ। ਆਪਣੀ ਉਪਰੋਕਤ ਰੈਜੀਮੈਂਟ ਨਾਲ ਐਲਾਰਡ ਨੂੰ ਫਰਾਂਸ ਦੀਆਂ ਕਈ ਲੜਾਈਆਂ ਵਿੱਚ ਜਾਣ ਦਾ ਸਮਾਂ ਮਿਲਿਆ। ਸਨ 1813 ਵਿੱਚ ਉਹ ਕਪਤਾਨ ਦੇ ਅਹੁਦੇ ਪਰ ਪਹੁੰਚ ਗਿਆ। ਵਾਟਰਲੂ ਦੀ ਸਨ 1814 ਦੀ ਜਗਤ ਪ੍ਰਸਿੱਧ ਲੜਾਈ ਦੇ ਬਾਅਦ ਜਦ ਐਲਾਰਡ ਦਾ ਫੌਜ ਵਿੱਚ ਕੋਈ ਵਸੀਲਾ ਨਾ ਰਿਹਾ ਅਤੇ ਅੱਗੇ ਨੂੰ ਤਰੱਕੀ ਦੀ ਵੀ ਕੋਈ ਆਸ ਬਾਕੀ ਨਾ ਰਹੀ ਤਦ ਉਸਨੇ ਫੈਸਲਾ ਕਰ ਲਿਆ ਕਿ ਬਾਕੀ ਦਾ ਜੀਵਨ ਫਰਾਂਸ ਵਿੱਚ ਗੁਜ਼ਾਰਨ ਦੀ ਥਾਂ ਅਮਰੀਕਾ ਵਿੱਚ ਜਾ ਕੇ ਆਪਣੇ ਭਾਗਾਂ ਦੀ ਪ੍ਰੀਖਿਆ ਕਰੇ। ਅਮਰੀਕਾ ਦੀ ਥਾਂ ਈਰਾਨ ਪਹੁੰਚਣਾ। ਐਲਾਰਡ ਨਵੀਂ ਦੁਨੀਆ ਵੱਲ ਜਾਣ ਦੀਆਂ ਤਿਆਰੀਆਂ ਕਰ ਰਿਹਾ ਸੀ ਕਿ ਸੰਜੋਗ ਨਾਲ ਉਹਨਾਂ ਦਿਨਾਂ ਵਿੱਚ ਹੀ ਉਸ ਨੂੰ ਵੈਂਤੂਰਾ ਮਿਲ ਪਿਆ। ਉਸ ਨਾਲ ਵਿਚਾਰਾਂ ਦੇ ਵਟਾਂਦਰੇ ਦੇ ਉਪਰੰਤ ਵੈਂਤੂਰਾ ਨੇ ਐਲਾਰਡ ਨੂੰ ਇਸ ਗੱਲ ਵਿੱਚ ਆਪਣੇ ਨਾਲ ਸਹਿਮਤ ਕਰ ਲਿਆ ਕਿ ਕਿਧਰੇ ਹੋਰ ਥਾਂ ਜਾਣ ਨਾਲੋਂ ਈਰਾਨ ਵਿੱਚ ਚੰਗੀ ਫੌਜੀ ਨੌਕਰੀ ਦੇ ਮਿਲ ਜਾਣ ਦੀ ਸੰਭਾਵਨਾ ਹੋ ਸਕਦੀ ਹੈ। ਇਸ ਆਸ ਨੂੰ ਮਨ ਵਿੱਚ ਰੱਖ ਕੇ ਇਹ ਦੋਵੇਂ ਫਰਾਂਸ ਤੋਂ ਚੱਲ ਕੇ ਈਰਾਨ ਜਾ ਪਹੁੰਚੇ। ਇੱਥੇ ਸ਼ਹਿਜ਼ਾਦਾ ਅਬਾਸ ਮਿਰਜ਼ਾ ਵਾਲੀਏ ਈਰਾਨ ਦੀ ਨਵੀਂ ਭਰਤੀ ਹੋ ਰਹੀ ਫੌਜ ਵਿੱਚ ਨੌਕਰ ਹੋ ਗਏ। ਮਾਲੂਮ ਹੁੰਦਾ ਹੈ ਕਿ ਨੌਕਰੀ ਤਾਂ ਭਾਵੇਂ ਐਲਾਰਡ ਤੇ ਵੈਂਤੂਰਾ ਨੂੰ ਈਰਾਨ ਵਿੱਚ ਮਿਲ ਗਈ ਸੀ, ਪਰ ਜਿਹੜੀਆਂ ਆਸਾਂ ਇਹ ਮਨ ਵਿੱਚ ਧਾਰ ਕੇ ਘਰੋਂ ਨਿਕਲ ਕੇ ਵਿਦੇਸ਼ ਵਿੱਚ ਆਏ ਸਨ ਉਸ ਦੇ ਪੂਰੇ ਹੋਣ ਦੀ ਇੱਥੇ ਕੋਈ ਸੰਭਾਵਨਾ ਨਾ ਦਸੀ। ਯਹੂਦੀ ਸੌਦਾਗਰ ਦਾ ਮੇਲ। ਐਲਾਰਡ ਤੇ ਵੈਂਤੂਰਾ ਜਦ ਈਰਾਨ ਵਿੱਚ ਸਨ ਤਾਂ ਸੰਜੋਗ ਨਾਲ ਉਹਨਾਂ ਨੂੰ ਇੱਕ ਦਿਨ ਇੱਕ ਯਹੂਦੀ ਸੌਦਾਗਰ ਮਿਲਿਆ ਜਿਹੜਾ ਨਵਾਂ ਖਾਲਸੇ ਦੀ ਰਾਜਧਾਨੀ ਲਾਹੌਰ ਤੋਂ ਇੱਥੇ ਆਇਆ ਸੀ। ਉਸਨੇ ਇਹਨਾਂ ਨੂੰ ਦੱਸਿਆ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਿੰਨੇ ਦਰਿਆਦਿਲ ਹਨ, ਖਾਲਸਾ ਸਲਤਨਤ ਕਿੰਨੀ ਸ਼ਾਨਦਾਰ ਹੈ, ਖਾਲਸਾ ਫੌਜ ਦੇ ਸਰਦਾਰਾਂ ਦਾ ਸ਼ਾਹਾਨਾ ਜੀਵਨ, ਸਰਕਾਰ ਦੇ ਗੁਣੀਆਂ ਪਰ ਬਖਸ਼ਿਸ਼ਾਂ ਦੇ ਮੀਂਹ ਵਸਾਉਣੇ, ਪੰਜਾਬ ਦਾ ਸੁਹਾਵਣਾ ਦੇਸ਼, ਇਸ ਦੀ ਮਨਮੋਹਣੀ ਪੌਣ ਤੇ ਪਾਣੀ, ਫਲਾਂ ਤੇ ਫੁੱਲਾਂ ਨਾਲ ਲੱਦੇ ਹੋਏ ਬਾਗ, ਅਨਾਜ ਨਾਲ ਲਹਿਲਹਾਉਂਦੇ ਭਰਪੂਰ ਖੇਤ, ਉੱਥੋਂ ਦੇ ਵਸਨੀਕਾਂ ਦੇ ਜੀਵਨ ਦੇ ਹਾਲ ਜਿਹੜੇ ਇਸ ਯਹੂਦੀ ਨੇ ਪੰਜਾਬ ਵਿੱਚ ਰਹਿ ਕੇ ਆਪਣੀ ਅੱਖੀਂ ਡਿੱਠੇ ਸਨ, ਉਹ ਸਭ ਗਿਣ ਕੇ ਇਹਨਾਂ ਨੂੰ ਸੁਣਾਏ। ਰੂਸ ਦੇ ਸਫੀਰ ਨਾਲ ਮਿਲਣੀ। ਉਪਰੋਕਤ ਯਹੂਦੀ ਤੋਂ ਸੁਣੇ ਸਮਾਚਾਰ ਐਲਾਰਡ ਤੇ ਵੈਂਤੂਰਾ ਦੇ ਦਿਲਾਂ ਵਿੱਚ ਅਜੇ ਸੱਜਰੇ ਸਨ ਕਿ ਇਹਨਾਂ ਦਿਨਾਂ ਵਿੱਚ ਇਹਨਾਂ ਨੂੰ ਰੂਸ ਦਾ ਸਫੀਰ ਐਮ ਮਜ਼ਾਰਵਿਤ ਮਿਲਿਆ ਅਤੇ ਖਾਲਸਾ ਰਾਜ ਦੀ ਵਿਸ਼ਾਲਤਾ ਬਾਰੇ ਜੇ ਕੁਝ ਕਮੀ ਉਸ ਯਹੂਦੀ ਤੋਂ ਬਾਕੀ ਰਹਿ ਗਈ ਸੀ ਤਾਂ ਉਹ ਕਸਰ ਇਸ ਰੂਸੀ ਨੇ ਪੂਰੀ ਕਰ ਦਿੱਤੀ। ਅਰਥਾਤ ਉਸਨੇ ਇਹਨਾਂ ਨੂੰ ਦੱਸਿਆ ਕਿ ਇਸ ਤਰ੍ਹਾਂ ਦਾ ਉਦਾਰਚਿਤ ਮਾਲਕ ਸੰਸਾਰ ਪਰ ਕੋਈ ਵਿਰਲਾ ਹੀ ਮਿਲੇਗਾ। ਤੁਸੀਂ ਪੰਜਾਬ ਜਾਓ, ਉੱਥੇ ਆਪ ਨੂੰ ਮੂੰਹ ਮੰਗੀ ਤਲਬ ਅਤੇ ਯੋਗਤਾ ਅਨੁਸਾਰ ਅਹੁਦੇ ਮਿਲਣਗੇ। ਇਸਨੇ ਇਹਨਾਂ ਦੋਵਾਂ ਨੂੰ ਪੰਜਾਬ ਵੱਲ ਭੇਜਣ ਦੀ ਪੂਰੀ ਪ੍ਰੇਰਨਾ ਦਿੱਤੀ। ਬਸ ਹੁਣ ਐਲਾਰਡ ਤੇ ਵੈਂਤੂਰਾ ਨੇ ਪੱਕਾ ਫੈਸਲਾ ਕਰ ਲਿਆ ਕਿ ਛੇਤੀ ਤੋਂ ਛੇਤੀ ਈਰਾਨ ਵਿੱਚੋਂ ਛੁਟਕਾਰਾ ਪਾ ਕੇ ਸਿੱਧਾ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਪਹੁੰਚਣਾ ਚਾਹੀਦਾ ਹੈ। ਸੋ ਇਸ ਫੈਸਲੇ ਅਨੁਸਾਰ ਥੋੜੇ ਦਿਨਾਂ ਦੇ ਅੰਦਰ ਸਫ਼ਰ ਦੀਆਂ ਸਾਰੀਆਂ ਤਿਆਰੀਆਂ ਹੋ ਗਈਆਂ। ਹੁਣ ਇਹ ਦੋਵੇਂ ਈਰਾਨ ਤੋਂ ਪੰਜਾਬ ਦੇ ਲੰਮੜੇ ਰਾਹ ਪੈ ਗਏ।
ਖਾਲਸੇ ਦੀ ਰਾਜਧਾਨੀ ਵਿੱਚ ਲਾਹੌਰ ਪਹੁੰਚਣ ਤੱਕ ਜੋ ਕਠਿਨਾਈਆਂ ਤੇ ਔਂਕੜਾਂ ਇਹਨਾਂ ਦੇ ਸਾਹਮਣੇ ਰਾਹ ਵਿੱਚ ਆਈਆਂ, ਉਹ ਪਾਠਕ ਵੈਂਤੂਰਾ ਦੇ ਹਾਲ ਵਿੱਚ ਪਿੱਛੇ ਪੜ ਆਏ ਹਨ। ਇੱਥੇ ਮੁੜ ਦੁਹਰਾਉਣ ਦੀ ਲੋੜ ਨਹੀਂ। 11 ਮਾਰਚ ਸਨ 1822 ਦੀ ਸਵੇਰ ਨੂੰ ਖਬਰਨਵੀਸ ਵੱਲੋਂ ਸ਼ੇਰੇ ਪੰਜਾਬ ਨੂੰ ਰਿਪੋਰਟ ਪਹੁੰਚੀ ਕਿ ਕੱਲ ਸ਼ਾਮ 2 ਯਾਤਰੂ ਸ਼ਾਦਰੇ ਦੀ ਸਰਾਂ ਵਿੱਚ ਪਹੁੰਚੇ ਹਨ। ਇਹਨਾਂ ਦੇ ਕੱਪੜੇ ਤਾਂ ਈਰਾਨੀਆਂ ਵਰਗੇ ਹਨ, ਪਰ ਰੰਗ ਰੂਪ ਤੋਂ ਫਿਰੰਗੀ ਪ੍ਰਤੀਤ ਹੁੰਦੇ ਹਨ। ਸ਼ੇਰੇ ਪੰਜਾਬ ਨੇ ਉਸ ਵਕਤ ਮੁਨਸ਼ੀ ਸੋਹਨ ਲਾਲ ਨੂੰ ਸ਼ਾਦਰੇ ਜਾਣ ਦਾ ਹੁਕਮ ਦਿੱਤਾ ਕਿ ਉਹ ਜਾ ਕੇ ਉਹਨਾਂ ਵਿਦੇਸ਼ੀਆਂ ਬਾਰੇ ਪੂਰੀ ਪੁੱਛਗਿੱਛ ਕਰਕੇ ਸਰਕਾਰ ਨੂੰ ਦੱਸੇ ਕਿ ਉਹ ਕੌਣ ਹਨ, ਕਿੱਥੋਂ ਆਏ ਹਨ, ਕਿੱਥੇ ਜਾ ਰਹੇ ਹਨ ਅਤੇ ਉਹਨਾਂ ਦੀ ਕੌਮੀਅਤ ਕੀ ਹੈ। ਸੋਹਨ ਲਾਲ ਉਸੇ ਘੜੀ ਸ਼ਾਦਰੇ ਗਿਆ ਅਤੇ ਇਹਨਾਂ ਦੋਵਾਂ ਵਿਦੇਸ਼ੀਆਂ ਨੂੰ ਮਿਲਿਆ। ਫਿਰ ਇਹਨਾਂ ਦੋਵਾਂ ਤੋਂ ਮਹਾਰਾਜਾ ਸਾਹਿਬ ਦੀਆਂ ਉਪਰੋਕਤ ਪੁੱਛਾਂ ਬਦਲੇ ਪੂਰੀ ਵਾਕਫੀ ਪ੍ਰਾਪਤ ਕਰਕੇ ਸ਼ੇਰੇ ਪੰਜਾਬ ਦੀ ਹਜ਼ੂਰੀ ਵਿੱਚ ਹਾਜ਼ਰ ਹੋਇਆ ਅਤੇ ਸਾਰੇ ਸਮਾਚਾਰ ਸਰਕਾਰ ਨੂੰ ਖੋਲ੍ਹ ਕੇ ਦੱਸੇ ਕਿ ਉਹ ਦੋਵੇਂ ਮੁਸਾਫਰ ਕੁਝ ਫਾਰਸੀ ਭਾਸ਼ਾ ਬੋਲਦੇ ਹਨ, ਪਰ ਇਹਨਾਂ ਦੀ ਮਾਤਰੀ ਬੋਲੀ ਫਰਾਂਸੀਸੀ ਹੈ। ਉਹ ਈਰਾਨ ਤੋਂ ਰਿਹਾਤ, ਕੰਧਾਰ, ਕਾਬਲ ਤੇ ਪਿਸ਼ਾਵਰ ਦੇ ਰਾਹ ਇੱਥੇ ਪਹੁੰਚੇ ਹਨ। ਉਹ ਇਹ ਵੀ ਦੱਸਦੇ ਹਨ ਕਿ ਉਹ ਮਹਾਰਾਜਾ ਸਾਹਿਬ ਦੀ ਸ਼ੋਭਾ ਸੁਣ ਕੇ ਖਾਲਸਾ ਫੌਜ ਵਿੱਚ ਨੌਕਰੀ ਕਰਨ ਲਈ ਇੱਥੇ ਆਏ ਹਨ। ਉਹ ਆਪਣੇ ਆਪ ਨੂੰ ਫਰਾਂਸੀਸੀ ਦੱਸਦੇ ਹਨ। ਇਹਨਾਂ ਵਿੱਚੋਂ ਇੱਕ ਦਾ ਨਾਮ ਅਲੂਰ, ਐਲਾਡ ਅਤੇ ਦੂਜੇ ਦਾ ਵਰਤੇਰਸ ਵੈਂਤੂਰਾ ਹੈ। ਸ਼ੇਰੇ ਪੰਜਾਬ ਦੀ ਹਜ਼ੂਰੀ ਵਿੱਚ ਮੁਨਸ਼ੀ ਸੋਹਨ ਲਾਲ ਦੀ ਰਿਪੋਰਟ ਸੁਣਨ ਦੇ ਬਾਅਦ ਸ਼ੇਰੇ ਪੰਜਾਬ ਨੇ ਮੁਨਸ਼ੀ ਸੋਧਾ ਰਾਮ ਨੂੰ ਹੁਕਮ ਦਿੱਤਾ ਕਿ ਉਹ ਆਪ ਜਾ ਕੇ ਉਹਨਾਂ ਦੋਵਾਂ ਸੈਲਾਨੀਆਂ ਨੂੰ ਦਰਬਾਰ ਵਿੱਚ ਹਾਜ਼ਰ ਕਰੇ। ਸੋਧਾ ਰਾਮ ਸ਼ਾਦਰੇ ਗਿਆ ਅਤੇ ਉਹਨਾਂ ਦੋਵਾਂ ਵਿਦੇਸ਼ੀਆਂ ਨੂੰ ਆਪਣੇ ਨਾਲ ਲੈ ਆਂਦਾ ਤੇ ਮਹਾਰਾਜਾ ਸਾਹਿਬ ਦੀ ਹਜ਼ੂਰੀ ਵਿੱਚ ਹਾਜ਼ਰ ਕਰ ਦਿੱਤਾ। ਇਸ ਤੇ ਉਪਰੰਤ ਇਹਨਾਂ ਦੇ ਜਿਸ ਤਰ੍ਹਾਂ ਪਰਤਾਵੇ ਹੋਏ ਤਲਬ ਆਦਿ ਦਾ ਫੈਸਲਾ ਹੋਇਆ, ਇਹ ਵਿਥਿਆ ਪਾਠਕ ਵੈਂਤੂਰਾ ਦੇ ਜੀਵਨ ਵਿੱਚ ਪਿੱਛੇ ਪੜ ਆਏ ਹਨ। ਐਲਾਡ ਨੂੰ ਰਸਾਲਾ ਫੌਜ ਦੀ ਸਿਖਲਾਈ ਦਾ ਕੰਮ ਸੌਂਪਿਆ ਗਿਆ। ਉਹ ਪੂਰੀ ਤਨਦੇਹੀ ਨਾਲ ਆਪਣੇ ਕੰਮ ਵਿੱਚ ਜੁਟ ਪਿਆ, ਜਿਸ ਵਿੱਚ ਉਸਨੂੰ ਕਾਫੀ ਸਫਲਤਾ ਪ੍ਰਾਪਤ ਹੋਈ। ਐਲਾਡ ਦੇ ਸਮਾਚਾਰ ਕੁਝ ਸਮੇਂ ਤੱਕ ਖਾਲਸਾ ਦਰਬਾਰ ਦੇ ਕਾਗਜ਼ਾਂ ਵਿੱਚ ਬਹੁਤ ਘੱਟ ਮਿਲਦੇ ਹਨ। ਮਾਰਚ ਸਨ 1831 ਵਿੱਚ ਫਰਾਂਸ ਦਾ ਪ੍ਰਸਿੱਧ ਸੈਲਾਨੀ ਜੈਕੋਮੋਟ ਪੰਜਾਬ ਆਇਆ। ਉਹ ਆਪਣੀਆਂ ਚਿੱਠੀਆਂ ਵਿੱਚ ਜਿਹੜੀਆਂ ਉਸਨੇ ਲਾਹੌਰ ਤੋਂ ਫਰਾਂਸ ਭੇਜੀਆਂ, ਉਹਨਾਂ ਵਿੱਚ ਉਹ ਐਲਾਡ ਤੇ ਵੈਂਤੂਰਾ ਬਾਰੇ ਲਿਖਦਾ ਹੈ। ਮਹਾਰਾਜਾ ਰਣਜੀਤ ਸਿੰਘ ਇਹਨਾਂ ਨੂੰ ਬੜੀ ਇੱਜ਼ਤ ਨਾਲ ਰੱਖਦਾ ਹੈ। ਇਹਨਾਂ ਪਰ ਮਾਇਆ ਦੀ ਬਰਖਾ ਕਰਕੇ ਇਹਨਾਂ ਨੂੰ ਨਿਹਾਲ ਕਰ ਰਿਹਾ ਹੈ। ਇਸ ਦੇ ਉਪਰੰਤ ਸੈਯਦ ਮੁਹੰਮਦ ਲਤੀਫ ਆਪਣੀ ਲਿਖਤ ਹਿਸਟਰੀ ਆਫ ਦੀ ਪੰਜਾਬ ਵਿੱਚ ਸ਼ੇਰੇ ਪੰਜਾਬ ਅਤੇ ਲਾਰਡ ਬੈਂਟਕ ਦੀ ਸਨ 1831 ਦੀ ਰੋਪੜ ਵਾਲੀ ਮਿਲਣੀ ਸਮੇਂ ਐਲਾਡ ਦੇ ਸਿਖਲਾਏ ਖਾਲਸਾ ਰਸਾਲਿਆਂ ਦਾ ਹਾਲ ਲਿਖਦਾ ਹੈ। ਇਸ ਮੌਕੇ ਪਰ ਸਰਦਾਰ ਹਰੀ ਸਿੰਘ ਨਲੂਏ, ਸਰਦਾਰ ਗੁਲਾਬ ਸਿੰਘ, ਜਰਨੈਲ ਇਲਾਹੀ ਬਖਸ਼, ਜਰਨੈਲ ਐਲਾਡ ਅਤੇ ਵੈਂਤੂਰਾ ਨੇ ਆਪੋ ਆਪਣੇ ਫੌਜੀ ਕਰਤੱਵ ਐਸੇ ਕਮਾਲ ਦੇ ਦੱਸੇ ਸਨ ਕਿ ਇਹਨਾਂ ਦੇਖਣ ਵਾਲਿਆਂ ਨੂੰ ਅਚੰਭੇ ਵਿੱਚ ਪਾ ਦਿੱਤਾ ਸੀ। ਇਸੇ ਸਮੇਂ ਕਰਨਲ ਸਕਿਨਰ ਨੇ ਐਲਾਡ ਨੂੰ ਦੇਖ ਕੇ ਲਿਖਿਆ ਸੀ ਕਿ ਐਲਾਡ ਨੂੰ ਇਸ ਗੱਲ ਦਾ ਬੜਾ ਮਾਣ ਹੈ ਕਿ ਉਸ ਦੀ ਸਿਖਲਾਈ ਹੋਈ ਖਾਲਸਾ ਫੌਜ ਕੰਪਨੀ ਦੀ ਫੌਜ ਦੇ ਬਰਾਬਰ ਹੈ। ਇਹ ਬੜਾ ਸਿਆਣਾ ਜਰਨੈਲ ਹੈ ਆਦਿ। ਕਰੜੀਆਂ ਚੋਟਾਂ। ਐਲਾਡ ਨੂੰ ਨੌਕਰੀ ਸਮੇਂ ਕੁਝ ਐਸੀਆਂ ਘਟਨਾਵਾਂ ਸਾਹਮਣੇ ਆਈਆਂ ਜਿਨ੍ਹਾਂ ਦੇ ਕਾਰਨ ਉਸ ਦੇ ਜੀਵਨ ਪਰ ਬੜਾ ਡੂੰਘਾ ਅਸਰ ਪਿਆ। ਪਹਿਲੀ ਸੱਟ। ਪਹਿਲਾਂ ਉਸ ਦੀ ਪਿਆਰੀ ਲੜਕੀ ਮੈਰੀ ਚਾਰਲੋਟ ਦੀ ਮੌਤ ਦੀ ਘਟਨਾ ਹੈ। ਇਸ ਲੜਕੀ ਦਾ ਜਨਮ ਐਲਾਡ ਦੀ ਉਸ ਇਸਤਰੀ ਦੇ ਪੇਟ ਤੋਂ ਹੋਇਆ ਸੀ ਜਿਹੜੀ ਉਸਨੇ ਇਲਾਕਾ ਚੰਬੇ ਦੀ ਇੱਕ ਪਹਾੜਨ ਪਾਨਦੇਈ ਨਾਮੀ ਘਰ ਪਾ ਲਈ ਸੀ। ਆਪਣੀ ਇਸ ਲੜਕੀ ਲਈ ਐਲਾਡ ਨੂੰ ਅਤ ਪਿਆਰ ਸੀ। ਇਹ ਬੱਚੀ ਥੋੜੇ ਦਿਨ ਬਿਮਾਰ ਰਹਿ ਕੇ 5 ਅਪ੍ਰੈਲ ਸਨ 1827 ਦੀ ਰਾਤ ਨੂੰ ਐਸੀ ਮਿੱਠੀ ਨੀਂਦ ਸੁੱਤੀ ਕਿ ਮੁੜ ਕਦੇ ਵੀ ਆਪਣੀਆਂ ਰਸੀਲੀਆਂ ਅੱਖਾਂ ਨਾ ਖੋਲੀਆਂ। ਇਸ ਲੜਕੀ ਦੇ ਵਿਛੋੜੇ ਦਾ ਐਲਾਡ ਨੂੰ ਇੰਨਾ ਕਲੇਸ਼ ਹੋਇਆ ਕਿ ਉਹ ਕਈ ਦਿਨ ਆਪਣੇ ਕਮਰੇ ਤੋਂ ਬਾਹਰ ਨਾ ਸੀ ਨਿਕਲਿਆ ਅਤੇ ਉਸਨੇ ਕੁਝ ਵੀ ਖਾਣ ਪਾਣ ਨਾ ਸੀ ਕੀਤਾ। ਇਸ ਬਾਗ ਦਾ ਨਾਮ ਇਸ ਕੁੜੀ ਦੀ ਯਾਦਗਾਰ ਵਿੱਚ ਕੁੜੀ ਬਾਗ ਪ੍ਰਸਿੱਧ ਹੋ ਗਿਆ, ਜੋ ਅੱਜ ਤੀਕ ਇਸੇ ਨਾਮ ਨਾਲ ਹੀ ਸੱਦਿਆ ਜਾਂਦਾ ਹੈ। ਪਿੱਛੇ ਜਾ ਕੇ ਇਹ ਬਾਗ ਤੇ ਮਹੱਲ
महाराजा साहिब कपूरथला ਦੇ ਅਧਿਕਾਰ ਵਿੱਚ ਆ ਜਾਣ ਦੇ ਕਾਰਨ ਇਸ ਨੂੰ ਕਈ ਲੋਕ ਕਪੂਰਥਲਾ ਹਾਊਸ ਵੀ ਕਹਿਣ ਲੱਗੇ। ਪਰ ਇਸ ਨਿੱਕੀ ਜਿਹੀ ਕੁੜੀ ਨੂੰ ਜੀਵਤ ਮਨ ਪੰਜਾਬੀ ਇੰਨਾ ਪਿਆਰਦੇ ਸਨ ਕਿ ਬਾਵਜੂਦ ਇਸ ਕੁੜੀ ਬਾਗ ਦੇ ਨਾਮ ਨੂੰ ਬਦਲਣ ਦੇ ਕਈ ਯਤਨ ਕਰਨ ਦੇ ਵੀ ਇਹ ਨਾਮ ਬਦਲਿਆ ਨਾ ਜਾ ਸਕਿਆ। ਇਸ ਯਾਦਗਾਰ ਨੂੰ ਅਮਿਟ ਰੱਖਣ ਲਈ ਇਸ ਨੂੰ ਅੱਜ ਵੀ ਆਮ ਜਨਤਾ ਕੁੜੀ ਬਾਗ ਹੀ ਸੱਦਦੀ ਹੈ। ਅਫਸੋਸ ਹੈ ਇਹ ਕਬਰ ਮੁਰੰਮਤ ਦੀ ਥੁੜ ਦੇ ਕਾਰਨ ਬੜੀ ਤਰਸਯੋਗ ਦਿਸ਼ਾ ਵਿੱਚ ਹੈ। ਇਤਿਹਾਸ ਪ੍ਰੇਮੀਆਂ ਨੂੰ ਇੱਧਰ ਧਿਆਨ ਦੇਣਾ ਚਾਹੀਦਾ ਹੈ ਕਿ ਖਾਲਸਾ ਰਾਜ ਸਮੇਂ ਦੀ ਇਹ ਹਜ਼ੂਰੀ ਯਾਦਗਾਰ ਮਿਟ ਨਾ ਜਾਏ। ਦੂਜੀ ਸੱਟ। ਐਲਾਰਡ ਲਈ ਇਹ ਦੂਜੀ ਸੱਟ ਹੋਰ ਵਧੇਰੀ ਦੁਖਦਾਈ ਸੀ। ਉਸਨੇ ਸ਼ੇਰੇ ਪੰਜਾਬ ਦੀ ਨੌਕਰੀ ਵਿੱਚੋਂ ਇਸ ਸਮੇਂ ਤੱਕ ਕੋਈ 8 ਲੱਖ ਰੁਪਇਆ ਬਚਾਇਆ ਸੀ। ਉਹ ਰੁਪਇਆ ਐਲਾਰਡ ਨੇ ਪਾਲਮਰਜ਼ ਬੈਂਕ ਕਲਕੱਤਾ ਵਿੱਚ ਜਮ੍ਹਾਂ ਕਰਵਾਇਆ ਸੀ। ਇਹ ਬੈਂਕ ਸਨ 1830 ਵਿੱਚ ਦਿਵਾਲਾ ਹੋ ਗਿਆ। ਇਸ ਦੁੱਖ ਭਰੀ ਖਬਰ ਦੇ ਸੁਣਨ ਨਾਲ ਐਲਾਰਡ ਦੇ ਮਨ ਪਰ ਐਸਾ ਬੁਰਾ ਭਾਸ ਪਿਆ ਕਿ ਉਸ ਦੀ ਸਿਹਤ ਖਰਾਬ ਹੋ ਗਈ। ਛੁੱਟੀ ਜਾਣਾ। ਇਹਨਾਂ ਉਪਰੋਕਤ ਲਿਖੀਆਂ ਸੱਟਾਂ ਤੋਂ ਛੁੱਟ ਇਸ ਦੀ ਪਹਾੜੀ ਰਾਣੀ ਚਾਹੁੰਦੀ ਸੀ ਕਿ ਉਹ ਆਪਣੇ ਪਤੀ ਦੇ ਦੇਸ਼ ਫਰਾਂਸ ਨੂੰ ਦੇਖੇ ਅਤੇ ਨਾਲ ਹੀ ਆਪਣੇ ਨਿੱਕੇ ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਵੀ ਫਰਾਂਸ ਵਿੱਚ ਕਰਵਾਉਣ ਦੀ ਫਿਕਰ ਵਿੱਚ ਸੀ। ਉੱਪਰ ਲਿਖੀਆਂ ਵਿਚਾਰਾਂ ਅਨੁਸਾਰ ਐਲਾਰਡ ਨੇ ਸ਼ੇਰੇ ਪੰਜਾਬ ਦੀ ਹਜ਼ੂਰੀ ਵਿੱਚ ਹਾਜ਼ਰ ਹੋ ਕੇ ਫਰਾਂਸ ਜਾਣ ਲਈ 2 ਸਾਲ ਦੀ ਛੁੱਟੀ ਦੀ ਦਰਖਾਸਤ ਪੇਸ਼ ਕੀਤੀ। ਮਹਾਰਾਜਾ ਸਾਹਿਬ ਨੇ ਪਹਿਲਾਂ ਤਾਂ ਇੰਨੀ ਲੰਮੀ ਛੁੱਟੀ ਦੀ ਪ੍ਰਵਾਨਗੀ ਦੇਣ ਵਿੱਚ ਕੁਝ ਟਾਲ ਮਟੋਲ ਪ੍ਰਗਟ ਕੀਤਾ ਕਿਉਂਕਿ ਸ਼ੇਰੇ ਪੰਜਾਬ ਦਾ ਖਿਆਲ ਸੀ ਕਿ ਐਲਾਰਡ ਛੁੱਟੀ ਪਰ ਫਰਾਂਸ ਜਾ ਕੇ ਸ਼ਾਇਦ ਪਰਤ ਕੇ ਵਾਪਸ ਨਹੀਂ ਆਏਗਾ। ਇਸ ਤਰ੍ਹਾਂ ਕਈ ਲੱਖ ਰੁਪਏ ਜੋ ਐਲਾਰਡ ਦੇ ਕਹਿਣ ਪਰ ਫੌਜ ਦੇ ਨਵੇਂ ਪ੍ਰਬੰਧ ਲਈ ਖਰਚ ਕੀਤੇ ਗਏ ਸਨ, ਜੇ ਉਹ ਸਭ ਕੁਝ ਵਿੱਚੇ ਛੱਡ ਕੇ ਆਪ ਵਿੱਚੋਂ ਵਿਲਾਇਤ ਨਿਕਲ ਜਾਏ ਤਾਂ ਇਸ ਸਾਰੇ ਕੀਤੇ ਕਤਰੇ ਖਰਚ ਪਰ ਪਾਣੀ ਫਿਰ ਜਾਏਗਾ। ਐਲਾਰਡ ਨੂੰ ਇਹ ਸਭ ਕੁਝ ਸਮਝਾਉਣ ਲਈ ਸ਼ੇਰੇ ਪੰਜਾਬ ਨੇ ਭਾਈ ਗੁਰਮੁਖ ਸਿੰਘ ਅਤੇ ਜਮਾਦਾਰ ਖੁਸ਼ਹਾਲ ਸਿੰਘ ਨੂੰ ਉਸ ਵੱਲ ਭੇਜਿਆ ਤਾਂ ਕਿ ਉਹ ਉਸ ਨੂੰ ਪ੍ਰੇਰ ਕੇ ਉਸ ਦੇ ਛੁੱਟੀ ਜਾਣ ਦੇ ਇਰਾਦੇ ਨੂੰ ਬਦਲਾ ਦੇਣ। ਇਹ ਦੋਵੇਂ ਸਰਦਾਰ ਐਲਾਰਡ ਨੂੰ ਮਿਲਣ ਦੇ ਉਪਰੰਤ ਮਹਾਰਾਜਾ ਸਾਹਿਬ ਦੀ ਹਜ਼ੂਰੀ ਵਿੱਚ ਹਾਜ਼ਰ ਹੋਏ ਤੇ ਆ ਕੇ ਦੱਸਿਆ ਕਿ ਐਲਾਰਡ ਬੇਨਤੀ ਕਰਦਾ ਹੈ ਕਿ ਉਹ ਛੁੱਟੀ ਤੇ ਜਾਣ ਦੀਆਂ ਸਾਰੀਆਂ ਤਿਆਰੀਆਂ ਕਰ ਚੁੱਕਾ ਹੈ, ਪਰ ਨਾਲ ਹੀ ਉਹ ਆਪਣੇ ਕਿਰਪਾਲੂ ਮਹਾਰਾਜਾ ਸਾਹਿਬ ਦੇ ਹੁਕਮ ਮੋੜਨ ਲਈ ਵੀ ਤਿਆਰ ਨਹੀਂ। ਜੇ ਕਦੇ 2 ਸਾਲ ਦੀ ਛੁੱਟੀ ਸਰਕਾਰ ਵੱਧ ਸਮਝਦੇ ਹਨ ਤਾਂ ਉਹ 2 ਸਾਲ ਦੀ ਥਾਂ 1.5 ਦੀ ਲੈ ਲਏਗਾ। ਦੂਜਾ, ਉਸਨੇ ਇਸ ਗੱਲ ਦਾ ਪੂਰਾ ਭਰੋਸਾ ਦਿਵਾਇਆ ਕਿ ਉਹ ਛੁੱਟੀ ਬਿਤਾ ਕੇ ਜ਼ਰੂਰ ਆਪਣੀ ਨੌਕਰੀ ਪਰ ਆਏਗਾ। ਨਾਲ ਹੀ ਐਲਾਰਡ ਨੇ ਇਹ ਵੀ ਦੱਸਿਆ ਕਿ ਉਸਦਾ ਇਸ ਸਮੇਂ ਫਰਾਂਸ ਜਾਣਾ ਨਾ ਕੇਵਲ ਉਸ ਦੀ ਅਰੋਗਤਾ ਲਈ ਹੀ ਲਾਭਦਾਇਕ ਹੋਵੇਗਾ, ਸਗੋਂ ਉਸ ਦੇ ਇੱਥੇ ਛੋਹੇ ਹੋਏ ਕੰਮਾਂ ਨੂੰ ਪੂਰਨਤਾ ਤੱਕ ਪਹੁੰਚਾਉਣ ਲਈ ਵੀ ਅਤਿਅੰਤ ਜ਼ਰੂਰੀ ਹੈ। ਐਲਾਰਡ ਚਾਹੁੰਦਾ ਸੀ ਕਿ ਖਾਲਸਾ ਫੌਜ ਦੇ ਜਿਨ੍ਹਾਂ ਰਸਾਲਿਆਂ ਨੂੰ ਉਸ ਕਵਾਇਦ ਸਿਖਲਾਈ ਸੀ, ਉਹਨਾਂ ਲਈ ਫਰਾਂਸ ਵਿੱਚੋਂ ਨਵੇਂ ਨਮੂਨੇ ਦੇ ਹਥਿਆਰ, ਜ਼ਰੇ ਤੇ ਹੋਰ ਜ਼ਰੂਰੀ ਸਾਮਾਨ ਦੇ ਨਮੂਨੇ ਆਪਣੇ ਨਾਲ ਲੈ ਆਵੇਗਾ ਅਤੇ ਉਹਨਾਂ ਨਮੂਨਿਆਂ ਅਨੁਸਾਰ ਮਹਾਰਾਜਾ ਸਾਹਿਬ ਦੇ ਕਾਰਖਾਨਿਆਂ ਵਿੱਚ ਉਹ ਜੰਗੀ ਸਮਾਨ ਲਾਹੌਰ ਵਿੱਚ ਤਿਆਰ ਕੀਤਾ ਜਾਏਗਾ। ਇਸ ਦੇ ਨਾਲ ਉਸ ਇਹ ਵੀ ਭਰੋਸਾ ਦਿਵਾਇਆ ਕਿ ਉਹ ਫਰਾਂਸ ਵਿੱਚ ਪਹੁੰਚ ਕੇ ਯਤਨ ਕਰੇਗਾ ਕਿ ਉਹ ਕੁਝ ਕੁ ਸਿਆਣੇ ਢਲਾਈ ਦੇ ਕੰਮ ਦੇ ਹੰਢੇ ਹੋਏ ਕਾਰੀਗਰਾਂ ਨੂੰ ਵੀ ਆਪਣੇ ਨਾਲ ਲੈ ਆਏਗਾ ਤਾਂ ਕਿ ਪੰਜਾਬ ਵਿੱਚ ਹੀ ਅੱਗੇ ਨੂੰ ਯੂਰਪੀ ਨਮੂਨੇ ਦੇ ਹਥਿਆਰ ਤੇ ਜੰਗੀ ਸਾਮਾਨ ਤਿਆਰ ਕੀਤਾ ਜਾਇਆ ਕਰੇ। ਐਲਾਰਡ ਦੇ ਇਸ ਕਹਿਣ ਨੂੰ ਵਿਚਾਰਨ ਦੇ ਉਪਰੰਤ ਸ਼ੇਰੇ ਪੰਜਾਬ ਨੇ ਇਸ ਦੀ ਛੁੱਟੀ ਪ੍ਰਵਾਨ ਕਰ ਲਈ। ਅਗਲੇ ਦਿਨ 12 ਮਈ ਸਨ 1834 ਦੀ ਸਵੇਰ ਨੂੰ ਐਲਾਰਡ ਰੋਜ਼ਾਨਾ ਹਾਜ਼ਰੀ ਦੇ ਨਿਯਮ ਅਨੁਸਾਰ ਮਹਾਰਾਜਾ ਸਾਹਿਬ ਦੀ ਹਜ਼ੂਰੀ ਵਿੱਚ ਫਤਿਹ ਬੁਲਾਉਣ ਲਈ ਹਾਜ਼ਰ ਹੋਇਆ ਤਾਂ ਸਰਕਾਰ ਨੇ ਇਸ ਦੇ ਸਫ਼ਰ ਬਾਬਤ ਕਈ ਗੱਲਾਂ ਪੁੱਛੀਆਂ, ਜਿਨ੍ਹਾਂ ਦਾ ਉੱਤਰ ਐਲਾਰਡ ਨੇ ਬੜਾ ਸਿਆਣਪ ਭਰਿਆ ਦਿੱਤਾ। ਐਲਾਰਡ ਦੀ ਵਿਦਾਇਗੀ ਸਮੇਂ ਮਹਾਰਾਜਾ ਸਾਹਿਬ ਨੇ ਉਸ ਨੂੰ ਇੱਕ ਬਹੁਮੁੱਲਾ ਖਿੱਲਤ ਬਖਸ਼ਿਆ, ਜਿਸ ਵਿੱਚ 11 ਥਾਨ ਕਸ਼ਮੀਰੀ ਤੂਸ, ਇੱਕ ਮਰਵਾਰੀ ਦੀ ਮਾਲਾ, ਇੱਕ ਜੋੜਾ ਸਰਪੇਚ ਅਤੇ ਇੱਕ ਜੋੜੀ ਸੁਨਹਿਰੀ ਜੜਤੂ ਕੜਿਆਂ ਦੀ ਸੀ। ਐਲਾਰਡ ਮਹਾਰਾਜਾ ਸਾਹਿਬ ਤੋਂ ਵਿਦਾ ਹੋ ਕੇ 10 ਜੂਨ ਨੂੰ ਸਣੇ ਪਰਿਵਾਰ ਦੇ ਕਲਕੱਤੇ ਪਹੁੰਚ ਗਿਆ। ਉੱਥੇ ਸੰਜੋਗ ਨਾਲ ਉਸ ਨੂੰ ਛੇਤੀ ਹੀ ਫਰਾਂਸ ਜਾਣ ਵਾਲਾ ਇੱਕ ਜਹਾਜ਼ ਮਿਲ ਗਿਆ।
जिस पर ਉਹ 15 जून सन 1834 ਨੂੰ ਚੜ੍ਹ ਕੇ ਆਪਣੇ ਦੇਸ਼ ਵੱਲ ਤੁਰ ਗਿਆ। ਫਰਾਂਸ ਵਿੱਚ ਪਹੁੰਚ ਕੇ ਐਲਾਰਡ ਨੇ ਆਪਣੇ ਪਰਿਵਾਰ ਲਈ ਇੱਕ ਬੜਾ ਸੁੰਦਰ ਘਰ ਪੈਰਿਸ ਵਿੱਚ ਖਰੀਦਿਆ। ਇਸ ਦੇ ਉਪਰੰਤ ਉਸਨੇ ਆਪਣੇ ਬੱਚਿਆਂ ਨੂੰ ਉੱਥੋਂ ਦੇ ਇੱਕ ਪ੍ਰਸਿੱਧ ਸਕੂਲ ਵਿੱਚ ਦਾਖਲ ਕਰਵਾਇਆ। ਇਸ ਤੋਂ ਉਪਰੰਤ ਉਹ ਲਾਹੌਰ ਦਰਬਾਰ ਲਈ ਜ਼ਰੂਰੀ ਜੰਗੀ ਸਾਮਾਨ ਦੀ ਖਰੀਦ ਵਿੱਚ ਲੱਗ ਗਿਆ। ਜਦ ਇਹ ਸਾਰੇ ਕੰਮ ਹੋ ਚੁੱਕੇ ਤੇ ਛੁੱਟੀ ਦੇ ਵੀ ਥੋੜੇ ਦਿਨ ਬਾਕੀ ਰਹਿ ਗਏ ਤਦ ਉਹ ਫਰਾਂਸ ਤੋਂ ਜਹਾਜ਼ੇ ਚੜ੍ਹ ਕੇ ਮੁੜ ਕਲਕੱਤੇ ਪਹੁੰਚ ਗਿਆ। ਵਾਪਸ ਪਹੁੰਚਣਾ। ਇਸ ਸਮੇਂ ਐਲਾਰਡ ਆਪਣੇ ਨਾਲ ਬਹੁਤ ਸਾਰੇ ਫਰਾਂਸੀਸੀ ਘਾੜਤ ਦੇ ਤਮੱਚੇ, ਹਲਕੀਆਂ ਕਰਾਬੀਨਾਂ ਅਤੇ ਸਵਾਰਾਂ ਦੀ ਛਾਤੀ ਪਰ ਲਾਣ ਲਈ ਪਿੱਤਲ ਦੇ ਢਲੇ ਹੋਏ ਜ਼ਰੇ, ਸੰਜੋਆਂ ਆਦਿ ਆਪਣੇ ਨਾਲ ਲੈ ਆਇਆ ਸੀ। ਇਸ ਭਾਰੀ ਸਮਾਨ ਦੇ ਕਲਕੱਤੇ ਤੋਂ ਲਾਹੌਰ ਤੱਕ ਪਹੁੰਚਾਉਣ ਪਰ ਕੇਵਲ ਕਿਰਾਇਆ 40,000 ਰੁਪਇਆ ਖਰਚ ਆਇਆ ਸੀ। ਲਾਹੌਰ ਪਹੁੰਚਣਾ ਤੇ ਫਾਰਸੀ ਕਵਿਤਾ। ਐਲਾਰਡ ਨੇ ਲਾਹੌਰ ਪਹੁੰਚਣ ਤੋਂ ਪਹਿਲਾਂ ਕਿਸੇ ਫਾਰਸੀ ਦੇ ਸਿਆਣੇ ਕਵੀ ਤੋਂ ਸ਼ੇਰੇ ਪੰਜਾਬ ਦੀ ਭੇਟਾ ਕਰਨ ਲਈ ਆਪਣੇ ਮਨ ਦੀ ਭਾਵਨਾ ਅਨੁਸਾਰ ਕਵਿਤਾ ਦੇ ਕੁਝ ਸ਼ੇਅਰ ਤਿਆਰ ਕਰਵਾ ਲਏ ਅਤੇ ਇਹਨਾਂ ਨੂੰ ਮੁੱਖ ਆਗਰ ਕੰਠ ਕਰ ਲਿਆ। ਐਲਾਰਡ ਜਦ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਹਜ਼ੂਰੀ ਵਿੱਚ ਹਾਜ਼ਰ ਹੋਇਆ ਤਾਂ ਉਹ ਕਵਿਤਾ ਉਸਨੇ ਆਪਣੀ ਕਿਰਪਾਲੂ ਸਰਕਾਰ ਦੀ ਸੇਵਾ ਵਿੱਚ ਖਲੋ ਕੇ ਐਸੇ ਦਿਲ ਖਿੱਚਵੇਂ ਢੰਗ ਨਾਲ ਪੜ੍ਹ ਕੇ ਸੁਣਾਈ ਜਿਸ ਨੂੰ ਸੁਣ ਕੇ ਸ਼ੇਰੇ ਪੰਜਾਬ ਅਤੇ ਸਾਰੇ ਦਰਬਾਰੀ ਵਾਹ ਵਾਹ ਕਰ ਉੱਠੇ। ਅਸੀਂ ਇੱਥੇ ਫਾਰਸੀ ਕਵਿਤਾ ਦਾ ਉਲਥਾ ਪੜ੍ਹ ਰਹੇ ਹਾਂ। ਪਹਿਲਾ, ਐ ਰੱਬ ਮੇਰਾ ਬਾਦਸ਼ਾਹ ਚਿਰੰਜੀਵ ਰਹੇ। ਦੂਜਾ, ਆਸਮਾਨੀ ਸ਼ਕਤੀਆਂ ਦਾਸੀਆਂ ਵਾਂਗ ਸਦਾ ਉਸ ਦੀ ਸੇਵਾ ਵਿੱਚ ਰਹਿਣ। ਤੀਜਾ, ਮੈਂ ਉਸ ਦੇ ਸ਼ਾਹੀ ਦਰਬਾਰ ਵਿੱਚ ਹਾਜ਼ਰ ਹੋ ਕੇ ਇੱਜ਼ਤ ਦਾ ਭਾਗੀ ਬਣਾ। ਚੌਥਾ, ਜੇ ਕਦੇ ਮੈਂ ਉਸ ਦੇ ਫਰਮਾਨ ਦੀ ਪਾਲਣਾ ਤੋਂ ਮੂੰਹ ਫੇਰਾਂ ਤਾਂ ਮੈਨੂੰ ਮੌਤ ਸਾਂਭ ਲਏ। ਪੰਜਵਾਂ, ਜਦ ਮੇਰਾ ਅੰਤ ਸਮਾਂ ਆਏ ਤਾਂ ਮੇਰੀ ਕਬਰ ਲਾਹੌਰ ਵਿੱਚ ਬਣੇ। ਅਤੇ ਛੇਵਾਂ, ਮੇਰਾ ਬਿਬਾਨ ਅਨਾਰਕਲੀ ਦੇ ਬਾਜ਼ਾਰ ਵਿੱਚੋਂ ਲੰਘੇ। 30,000 ਰੁਪਇਆ ਇਨਾਮ। ਇਸ ਰਚਨਾ ਦੇ ਸੁਣਨ ਨਾਲ ਸ਼ੇਰੇ ਪੰਜਾਬ ਇੰਨੇ ਪ੍ਰਸੰਨ ਹੋਏ ਕਿ ਉਸੇ ਵਕਤ ਸਰਕਾਰ ਨੇ ਐਲਾਰਡ ਨੂੰ ਇੱਕ ਬਹੁਮੁੱਲੇ ਖਿੱਲਤ ਤੋਂ ਵੱਖ 30,000 ਰੁਪਇਆ ਇਨਾਮ ਬਖਸ਼ਿਆ। ਇਸ ਦੇ ਨਾਲ ਹੀ 1 ਲੱਖ ਰੁਪਇਆ 18 ਮਹੀਨਿਆਂ ਦੀ ਛੁੱਟੀ ਦੇ ਸਮੇਂ ਦੀ ਪੂਰੀ ਤਲਬ ਵਜੋਂ ਵੀ ਦੇ ਦਿੱਤਾ। ਕੁਦਰਤ ਦਾ ਅਚਰਜ ਖੇਲ ਇਹ ਦੇਖੋ ਕਿ ਐਲਾਰਡ ਨੇ ਆਪਣੀ ਮੌਤ ਅਤੇ ਬਿਬਾਨ ਦੇ ਅਨਾਰਕਲੀ ਬਾਜ਼ਾਰ ਵਿੱਚੋਂ ਲੰਘਣ ਦੀ ਜਿਹੜੀ ਮੰਗ ਰੱਬ ਤੋਂ ਉਪਰੋਕਤ ਕਵਿਤਾ ਵਿੱਚ ਮੰਗੀ ਸੀ ਉਹ 4 ਸਾਲਾਂ ਦੇ ਬਾਅਦ ਅੱਖਰ ਅੱਖਰ ਪੂਰੀ ਹੋਈ। ਅਰਥਾਤ ਐਲਾਰਡ ਨੇ ਇਹ ਮੰਗ ਮੰਗੀ ਸੀ ਕਿ ਮੇਰੀ ਕਬਰ ਲਾਹੌਰ ਵਿੱਚ ਬਣੇ ਅਤੇ ਮੇਰਾ ਬਿਬਾਨ ਅਨਾਰਕਲੀ ਦੇ ਬਾਜ਼ਾਰ ਵਿੱਚੋਂ ਲੰਘੇ। ਸੋ ਸਮਾਂ ਪਾ ਕੇ ਇਸੇ ਤਰ੍ਹਾਂ ਹੋਇਆ। ਐਲਾਰਡ ਦੀ ਮੌਤ। ਐਲਾਰਡ 22 ਜਨਵਰੀ ਸਨ 1839 ਦੀ ਰਾਤ ਨੂੰ ਪਿਸ਼ਾਵਰ ਵਿੱਚ ਦਿਲ ਦੀ ਪੀੜਾ ਨਾਲ ਚੜ੍ਹਾਈ ਕਰ ਗਿਆ। ਉਸ ਦੀ ਮ੍ਰਿਤਕ ਦੇਹ ਉਸ ਦੀ ਅੰਤਲੀ ਵਸੀਅਤ ਅਨੁਸਾਰ ਲਾਹੌਰ ਲੈ ਆਂਦੀ ਗਈ ਅਤੇ ਉਸ ਦਾ ਬਿਬਾਨ ਸ਼ਾਹਾਨਾ ਫੌਜੀ ਧੂਮ-ਧਾਮ ਨਾਲ ਅਨਾਰਕਲੀ ਬਾਜ਼ਾਰ ਵਿੱਚੋਂ ਲੰਘ ਕੇ ਉਸ ਦੀ ਕੋਠੀ ਕੁੜੀ ਬਾਗ ਵਿੱਚ ਪਹੁੰਚਾਇਆ ਗਿਆ ਅਤੇ ਉਸੇ ਬਾਗ ਵਿੱਚ ਆਪਣੀ ਪਿਆਰੀ ਕੁੜੀ ਮੈਰੀ ਚਾਰਲੋਟ ਦੀ ਕਬਰ ਦੇ ਨਾਲ ਹੀ ਉਸ ਨੂੰ ਦੱਬਿਆ ਗਿਆ। ਇਸ ਪਰ ਪੱਕੀ ਕਬਰ ਬਣਵਾਈ ਗਈ ਸੀ। ਮਹਾਰਾਜੇ ਲਈ ਫਰਾਂਸ ਦੇ ਸ਼ਹਿਨशाह ਦਾ ਖੱਤ। ਐਲਾਰਡ ਜਦ ਛੁੱਟੀ ਲੈ ਕੇ ਗਿਆ ਸੀ ਤਾਂ ਉੱਥੇ ਉਸ ਨੂੰ ਸ਼ਹਿਨशाह ਫਰਾਂਸ ਫਿਲਿਪ ਨੇ ਆਪਣੇ ਦਰਬਾਰ ਵਿੱਚ ਬੁਲਵਾ ਕੇ ਉਸ ਦੀ ਬੜੀ ਇੱਜ਼ਤ ਕੀਤੀ ਸੀ। ਉਸ ਨੂੰ ਕਈ ਵਾਰੀ ਪ੍ਰਤੀ ਭੋਜਨ ਪਰ ਬੁਲਾਇਆ ਤੇ ਇੱਕ ਭਰੇ ਦਰਬਾਰ ਵਿੱਚ ਉਸ ਨੂੰ ਫਰਾਂਸ ਦਾ ਉੱਚਾ ਖਿਤਾਬ ਦਿੱਤਾ ਸੀ। ਐਲਾਰਡ ਨੂੰ ਪੰਜਾਬ ਵੱਲ ਵਾਪਸੀ ਸਮੇਂ ਸ਼ਹਿਨशाह ਫਰਾਂਸ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਲਈ ਕਈ ਵਡਮੁੱਲੀਆਂ ਸੁਗਾਤਾਂ ਦੇ ਨਾਲ ਆਪਣੀ ਇੱਕ ਤਸਵੀਰ ਵੀ ਭੇਜੀ ਸੀ ਜਿਸ ਪਰ ਬਹੁਮੁੱਲੇ ਨਗ ਜੁੜੇ ਹੋਏ ਸਨ। ਇਸੇ ਤਰ੍ਹਾਂ ਇੱਕ ਜੜਤੂ ਸੰਦੂਕਚੀ ਸੀ ਜਿਸ ਵਿੱਚ ਸ਼ਾਹ ਫਿਲਿਪ ਵੱਲੋਂ ਇੱਕ ਪਿਆਰਪੂਰਤ ਪੱਤਰਕਾ ਧਰੀ ਸੀ ਜਿਸ ਦੇ ਸ਼ਬਦ ਵਿੱਚੋਂ ਮੁਹੱਬਤ ਤੇ ਸਤਿਕਾਰ ਸੰਮਿਲਿਤ ਚੋਂ ਪੈਂਦਾ ਸੀ। ਐਲਾਰਡ ਦੇ ਹੱਥੀਂ ਭੇਜੀ ਸੀ।
इस विच खालसा कौम की अदुੱਤੀ बीरता ਅਤੇ खालसे ਦੇ मानयोग महाराजा साहिब की बड़े खुले दिल नाल शोभा लिखी सी। शेरे पंजाब नाल मित्रता का संबंध सदा कायम रखण लई बड़ा फखर प्रगट किया गया सी। नाल ही इस विच यह भी लिखिया सी कि जनरल एलार्ड नूं सल्तनत फ्रांस वल्लों आप दे शाही दरबार विच सफीर समझिया जाए। शहनशाह फ्रांस दे असल खत दा उतारा फ्रांसीसी विच अते उस दा उल्था पंजाबी विच हेठ देंदे हां। महान शक्तिमान शहाना वडियाइयां नाल भूषित महाराजा रणजीत सिंह बहादुर पंजाब दे बादशाह अते साडे अत प्यारे ते सच्चे मित्र जी सर्वशक्तिमान अकाल जी सहाय। ओह अमुक शक्तियां दा मालक जिहड़ा अपनी एक उंगली दे इशारे नाल सारी सृष्टि दे भार नूं एक खाक दे जर्रे दे तुल कर सकदा है, उसे दी शक्ति नाल ही अर्श कुर्श धरन गगन सितारे अते गरजवें बदलां तो बरखा दा वसना साकार होंदा है। जिस तो तरह तरह की बनस्पति प्रफुल्लित हुंदी है ते रुत्तां विच बदलियां होंदियां हन। सारे संसार की रचना ते उस विच रचे जीवां विच जीवन जोत दा आद ते अंत उस करता पुरख तो है। ओह आप ही फौजां दा मालक है, उन्हां नूं प्यारनहार ते सहाई हुंदा है। बीरां नूं सन्मान ते तेग दी शक्ति प्रदान करदा है ਅਤੇ रण तत्तियां विच सूरमियां नूं जित्तां बख्श के उन्हां दे वजई निशान झुला दिंदा है। ओह रचनहार कौमां दी अगवाई करन वाले आगूआं नूं अपनी बरकत ते समर्था दी निशानी बख्श के अपनी मंगल इच्छा अनुसार हुक्मराना ते प्रजा दे मनां विच मिलाप अनुसारता ਅਤੇ ਖਿਮਾ ਦੇ ਗੁਣਾਂ ਦੀ ਪ੍ਰੇਰਨਾ ਉਪਜਾਉਂਦਾ ਹੈ। ਇਸੇ ਤਰ੍ਹਾਂ ਉਹਦੇ ਮੂੰਹਾਂ ਤੋਂ ਜਿਹੜੇ ਬੋਲ ਬੁਲਾਉਂਦਾ ਹੈ ਉਹ ਸਿਆਣਪ ਪਿਆਰ ਨੂਰੀ ਸੱਚਾਈ ਦੀਆਂ ਮਾਨੋ ਨਦੀਆਂ ਵਗਾ ਦਿੰਦਾ ਹੈ। ਉਸ ਦਾ ਬਰਕਤ ਭਰਿਆ ਹੱਥ ਜਿੱਥੇ ਪੈਂਦਾ ਹੈ ਅਰਥਾਤ ਜੋ ਉਸ ਦੇ ਸਮੀਪ ਆਉਂਦਾ ਹੈ ਉਹ ਉਸ ਨੂੰ ਵੀ ਆਪਣੇ ਪ੍ਰਭਾਵ ਦੀ ਰੰਗਣ ਵਿੱਚ ਰੰਗ ਦਿੰਦਾ ਹੈ, ਜਿਸ ਦਾ ਫਲ ਇਹ ਹੁੰਦਾ ਹੈ ਕਿ ਉਸ ਦਾ ਮਨ ਵੀ ਪਾਵਨ ਹੋ ਜਾਂਦਾ ਹੈ। इस तरह प्रफुल्लित होई नूरी आत्मा अपने मित्रां नाल परस्पर पूर्ण प्यार दा वर्ताव करदी है, भावें ओह किन्ने दूरे परे दी विथ क्यों ना रहिंदे होण। वल्लों लुइस फिलिप्स शहनशाह फ्रांस। सेवा विखे अत वड्डे अत उच्ची शान वाले अते अत शक्तिमान शहनशाह महाराजा रणजीत सिंह बहादुर पंजाब दे बादशाह फाता कश्मीर मुल्तान कांगड़ा अटक अते पिशावर आदि अजित अते आलीशान युद्धवीर साडे अत प्यारे ते सच्चे मित्र जी आप नूं साडे वल्लों सत्कार भरी सलाम प्रवान होवे। हजूर दे पुरजोश ते शानदार कारनामिਆਂ ਦੀ ਪ੍ਰਸਿੱਧਤਾ ਅਸੀਂ ਮੁੱਦਤ ਤੋਂ ਸੁਣ ਰਹੇ ਹਾਂ। ਹੁਣ ਇਹਨਾਂ ਸਾਰਿਆਂ शुभ गुणां ਦੀ ਗਵਾਹੀ ਸਾਡੇ प्यारे ते बहादुर जरनैल एलार्ड ने, जिसनों साडी सल्तनत वल्लों इज्जत दी अत उच्ची पदवी प्राप्त है, अखर अखर कीता है। सूरज दे पावन धरती पर उदय होण तो लैकर अस्त होण वाले नूरी देसां तक हजूर दी वजई फौज दी प्रसिद्धता खिलरी हुई है। हजूर दी सियाणप अते बीरता दे जोहर नाल स्थापित कीती हुई पंजां दरियावां दी हरी भरी सल्तनत जिस विच प्रजा अत सुखी ते सुरक्षित वसदी है, सदीवी उन्नति अते वाधा ही वाधा प्राप्त कर रही है। इस सारी सफलता दे बानी आप खुद हो। हजूर दी सियाणप भरी अगवाई अते लगातार उन्नति दियां शुभ इच्छावां विच सदा निर्विघन रहन दे कारण आपने अपनी प्यारी सल्तनत नूं एक स्वर्गी नमूना बना दिता है। हजूर दी दृष्टि हेठ अते नित दे यत्नां दे सदका खालसे दी सल्तनत ने हर पहल तो हैरानगी विच पा देण वाली तरक्की कीती है। इस बादशाहत विच कुछ फ्रांसीसियां नूं आपने अपनी सेवा विच रखण दा माण बख्शिया होया है। सरकार वल्लों इन्हां फ्रांसीसियां नाल अते उदार दली ते बख्शिशां दा नित दा वर्ताव उन्हां नूं निहाल निहाल कर रहा है।
ਇਹ ਸਾਰੀਆਂ ਮਨਾਂ ਨੂੰ ਅਤ ਪ੍ਰਸੰਨ ਕਰਨ ਵਾਲੀਆਂ ਖਬਰਾਂ ਅਸੀਂ ਸਦਾ ਸੁਣਦੇ ਰਹਿੰਦੇ ਹਾਂ। ਸਰਕਾਰ ਦੀਆਂ ਇਹ ਬਖਸ਼ਿਸ਼ਾਂ ਉਹਨਾਂ ਦੀ ਸੇਵਾ ਦੇ ਟਾਕਰੇ ਪਰ ਬਹੁਤ ਵੱਧ ਚੜ ਕੇ ਹਨ। ਸਭ ਤੋਂ ਵੱਧ ਕੇ ਸਾਡੇ ਪਿਆਰੇ ਜਰਨੈਲ ਐਲਾਰਡ ਨਾਲ ਸਰਕਾਰ ਦੇ ਕਿਰਪਾਲਤਾ ਭਰੇ ਵਰਤਾਵ ਦੇ ਕਾਰਨ ਉਹ ਐਲਾਰਡ ਸਰਕਾਰ ਦੇ ਬਖਸ਼ਿਸ਼ ਥੱਲੇ ਦੱਬਿਆ ਹੋਇਆ ਹੈ, ਜਿਸ ਦੇ ਕਾਰਨ ਉਸ ਦਾ ਮਨ ਆਪ ਨੇ ਮੋਹ ਲਿਆ ਹੈ। ਇਸ ਲਈ ਉਹ ਸਦਾ ਆਪ ਦੇ ਸ਼ੁਭ ਗੁਣ ਗਾਉਂਦਾ ਰਹਿੰਦਾ ਹੈ। ਹੁਣ ਅਸੀਂ ਸਰਕਾਰ ਵੱਲੋਂ ਇਸ ਮਾਣ ਦੀ ਪ੍ਰਾਪਤੀ ਦੇ ਇੱਛਾਵਾਨ ਹਾਂ ਕਿ ਆਪ ਜੀ ਦੇ ਦਰਬਾਰ ਵਿੱਚ ਅਸੀਂ ਆਪਣਾ ਇੱਕ ਮੁਖਤਾਰ ਸਫੀਰ ਨਿਯਤ ਕਰੀਏ। ਇਸ ਜ਼ਿੰਮੇਵਾਰੀ ਦੇ ਅਹੁਦੇ ਲਈ ਆਪ ਅਤੇ ਸਾਡੇ ਦੋਹਾਂ ਵੱਲੋਂ ਪਿਆਰੇ ਤੇ ਭਰੋਸੇਯੋਗ ਜਰਨੈਲ ਐਲਾਰਡ ਤੋਂ ਵੱਧ ਯੋਗ ਕਿਹੜਾ ਹੋਣਾ ਹੈ। ਸੋ ਇਸ ਲਈ ਅਸੀਂ ਉਸ ਨੂੰ ਆਪਣਾ ਸਫੀਰ ਨਿਯਤ ਕਰਦੇ ਹਾਂ। ਇਹ ਸਾਡੇ ਕਦੇ ਨਾ ਟੁੱਟਣ ਵਾਲੇ ਪਿਆਰ ਦਾ ਇੱਕ ਜੀਵਤ ਸਬੂਤ ਹੈ। ਸਲਤਨਤ ਪੰਜਾਬ ਦੇ ਫਰਾਂਸ ਵਿਚਾਲੇ ਦੂਰ ਪਰੇ ਦੀ ਦੂਰੀ ਅਤੇ ਸਮੁੰਦਰਾਂ ਦੀ ਵਿੱਥ ਮੌਜੂਦ ਹੈ, ਪਰ ਇਹ ਦੂਰੀ ਸੱਚੇ ਮਿੱਤਰਾਂ ਦੇ ਪਿਆਰ ਪੂਰਤ ਮਨਾਂ ਲਈ ਕੋਈ ਰੋਕ ਨਹੀਂ ਹੋ ਸਕਦੀ। ਦ੍ਰਿਸ਼ਟਾਂਤ ਲਈ ਜਿਸ ਤਰ੍ਹਾਂ ਦੂਰ ਦੁਰਾਡੇ ਦੇਸ਼ਾਂ ਦੀ ਖਿਲਰੀ ਹੋਈ ਧਰਤੀ ਨੂੰ ਇੱਕੋ ਸੂਰਜ ਰੋਸ਼ਨੀ ਬਖਸ਼ਦਾ ਹੈ, ਇਸੇ ਤਰ੍ਹਾਂ ਇੱਕ ਸੱਚੇ ਪਿਆਰ ਦਾ ਮਿਲਾਪ ਦੂਰ ਦੇ ਦੇਸ਼ਾਂ ਵਿੱਚ ਵਸ ਰਹੇ ਮਿੱਤਰਾਂ ਦੇ ਸਬੰਧ ਜੋੜੀ ਰੱਖਦਾ ਹੈ। ਸਾਡੇ ਮਨ ਵਿੱਚ ਸਰਕਾਰ ਲਈ ਜੋ ਇੱਜ਼ਤ ਅਤੇ ਪਿਆਰ ਹੈ, ਉਹ ਜਰਨੈਲ ਐਲਾਰਡ ਹਜ਼ੂਰ ਨੂੰ ਜ਼ੁਬਾਨੀ ਦੱਸੇਗਾ। ਹਜ਼ੂਰ ਦੀ ਵਰਿਆਮਤਾ ਤੇ ਬਖਸ਼ਿਸ਼ਾਂ ਦੀਆਂ ਜੋ ਧੂਮਾਂ ਸਾਰੇ ਦੇਸ਼ ਵਿੱਚ ਧੁੰਮੀਆਂ ਹੋਈਆਂ ਹਨ, ਸਾਡਾ ਮਨ ਵੀ ਉਹਨਾਂ ਸਮਾਚਾਰਾਂ ਨੂੰ ਸੁਣਨ ਨਾਲ ਪਿਆਰ ਛਲੁਕੇ ਖਾ ਰਿਹਾ ਹੈ। ਸਰਕਾਰ ਦੇ ਉਸ ਕਿਰਪਾਲਤਾ ਵਾਲੇ ਵਰਤਾਓ ਦਾ ਜਿਹੜਾ ਆਪ ਜਰਨੈਲ ਐਲਾਰਡ ਤੇ ਹੋਰ ਆਪਣੇ ਫਰਾਂਸੀਸੀ ਸੇਵਕਾਂ ਨਾਲ ਕਰਦੇ ਰਹਿੰਦੇ ਹੋ, ਇਸ ਤੋਂ ਛੁੱਟ ਸਾਡੇ ਦੇਸ਼ ਦੇ ਸੈਲਾਨੀਆਂ ਨਾਲ ਹਜ਼ੂਰ ਦੇ ਸ਼ਾਹਾਨਾ ਸਲੂਕ ਲਈ ਆਪ ਦੇ ਹਿੱਤੋਂ ਚਿੱਤੋਂ ਧੰਨਵਾਦੀ ਹਾਂ। ਸਾਡੀ ਦਿਲੋਂ ਇੱਛਾ ਹੈ ਕਿ ਸਾਡੇ ਮਨ ਦੇ ਡੂੰਘੇ ਪਿਆਰ ਪੂਰਤ ਭਾਵ ਜਰਨੈਲ ਐਲਾਰਡ ਹਜ਼ੂਰ ਦੀ ਸੇਵਾ ਵਿੱਚ ਹੂਬਹੂ ਜ਼ਬਾਨੀ ਪ੍ਰਗਟ ਕਰ ਦੇਵੇ। ਸਾਡੇ ਅਤੇ ਸਰਕਾਰ ਦੇ ਵਿਚਾਲੇ ਜਿਹੜਾ ਪਿਆਰ ਅਤੇ ਸਤਿਕਾਰ ਦਾ ਸਿਲਸਿਲਾ ਕਾਇਮ ਹੈ, ਉਸ ਨੂੰ ਉਹ ਸੁਰੱਖਿਅਤ ਰੱਖਦਾ ਹੋਇਆ ਹੋਰ ਵਧਾਏ। ਛੇਕੜ ਪਰ ਅਸੀਂ ਸਿਫਾਰਿਸ਼ ਕਰਦੇ ਹਾਂ ਕਿ ਹਜ਼ੂਰ ਆਪਣੀਆਂ ਬਖਸ਼ਿਸ਼ਾਂ ਦੀ ਉਹ ਲੜੀ ਜਰਨੈਲ ਐਲਾਰਡ ਤੇ ਹੋਰਨਾਂ ਫਰਾਂਸੀਸੀਆਂ ਨਾਲ ਸਦਾ ਅਟੁੱਟ ਰੱਖੋਗੇ। ਇਸ ਬਦਲੇ ਅਸੀਂ ਅਕਾਲ ਪੁਰਖ ਦੇ ਦਰ ਪਰ ਅਰਦਾਸ ਕਰਦੇ ਹਾਂ ਕਿ ਉਹ ਦਾਤਾਰ ਸ਼੍ਰੀ ਹਜ਼ੂਰ ਜੀ ਅਤੇ ਹਜ਼ੂਰ ਦੇ ਸਾਰੇ ਘਰਾਣੇ ਤੇ ਸਾਰੀ ਕੌਮ ਅਤੇ ਪਰਜਾ ਨੂੰ ਸਦੀਵੀ ਖੁਸ਼ੀਆਂ ਬਖਸ਼ੇ। ਸਮਾਪਤੀ ਪਰ ਸਾਡੀ ਅਰਦਾਸ ਹੈ ਕਿ ਉਹ ਸਰਬ ਸ਼ਕਤੀਮਾਨ ਆਪ ਨੂੰ ਆਪਣੀ ਕੌਮ ਦੀ ਅਗਵਾਈ ਲਈ ਨਵੀਂ ਸ਼ਕਤੀ ਸਿਆਣਪ ਪ੍ਰਦਾਨ ਕਰੇ, ਤਾਂ ਕਿ ਹਜ਼ੂਰ ਦੀ ਫਤਿਹਯਾਬੀਆਂ ਦੇ ਨਿਸ਼ਾਨ ਸਦਾ ਲਈ ਝੂਲਦੇ ਰਹਿਣ। ਇਹ ਪਿਆਰ ਪੱਤਰ ਸਾਡੇ ਸ਼ਾਹੀ ਮਹੱਲ ਟਿਓਲਰੀਜ਼ ਵਿੱਚ ਅਕਤੂਬਰ ਦੀ 27ਵੀਂ ਤਾਰੀਖ ਸਨ 1835 ਨੂੰ ਲਿਖਿਆ ਗਿਆ। ਦਸਤਖਤ ਆਪ ਦਾ ਅਤਿਅੰਤ ਪਿਆਰਾ ਤੇ ਸੱਚਾ ਮਿੱਤਰ ਲੂਇਸ ਫਿਲਿਪ ਮੋਰਲੀਅਨਸ। ਐਲਾਰਡ ਦੀ ਮੌਤ ਦੀ ਖਬਰ ਲਾਹੌਰ ਦਰਬਾਰ ਵੱਲੋਂ ਉਸ ਦੀ ਜਨਾਨੀ ਤੇ ਭਤੀਜੀਆਂ ਨੂੰ ਫਰਾਂਸ ਭੇਜੀ ਗਈ। ਇਸ ਖਬਰ ਦੇ ਪਹੁੰਚਣ ਪਰ ਐਲਾਰਡ ਦਾ ਵੱਡਾ ਭਤੀਜਾ ਬਿਜੇਮਨ ਐਲਾਰਡ ਲਾਹੌਰ ਆਇਆ। ਦਰਬਾਰ ਵੱਲੋਂ ਉਸ ਦੀ ਚੰਗੀ ਆਗਤ ਭਾਗਤ ਕੀਤੀ ਗਈ। ਬਿਜਮੈਨ ਨੇ ਐਲਾਰਡ ਦੀ ਕੋਠੀ ਦਾ ਸਮਾਨ ਜਿਹੜਾ ਕੀਮਤੀ ਸੀ, ਉਹ ਤਾਂ ਆਪਣੇ ਨਾਲ ਫਰਾਂਸ ਲੈ ਗਿਆ, ਬਾਕੀ ਰਹਿੰਦਾ ਚੰਗੀ ਕੀਮਤ ਪਰ ਉਹ ਲਾਹੌਰ ਵਿੱਚ ਵੇਚ ਗਿਆ। ਦਰਬਾਰ ਵੱਲੋਂ ਜਨਰਲ ਐਲਾਰਡ ਦੀ ਤਲਬ ਤੇ ਜਾਗੀਰ ਦੀ ਆਮਦਨੀ ਦਾ ਰੁਪਇਆ 2 ਲੱਖ ਦੇ ਲਗਭਗ ਬਿਜਮਨ ਨੂੰ ਦਿੱਤਾ ਗਿਆ। ਇਸ ਤਰ੍ਹਾਂ ਉਹ ਲਾਹੌਰ ਕਈ ਮਹੀਨੇ ਠਹਿਰਨੇ ਦੇ ਉਪਰੰਤ ਫਰਾਂਸ ਵੱਲ ਪਰਤ ਗਿਆ। ਦੂਜਾ ਉਮਸ ਮੂਸਾ ਸਾਹਿਬ, ਕੌਮੀਅਤ ਫਰਾਂਸੀਸੀ, ਨੌਕਰੀ ਦਾ ਸਮਾਂ ਨਵੰਬਰ 1826 ਤੋਂ ਅਕਤੂਬਰ 1828, ਤਲਬ 1200। ਖਾਲਸਾ ਦਰਬਾਰ ਦੀਆਂ ਲਿਖਤਾਂ ਵਿੱਚ ਉਮਸ ਦਾ ਨਾਮ ਮੂਸਾ ਸਾਹਿਬ ਲਿਖਿਆ ਹੈ। ਇਸ ਦਾ ਪੂਰਾ ਨਾਮ ਸਿਨੋਰ ਉਮਸ ਸੀ। ਨੌਕਰੀ ਹੋਣ ਸਮੇਂ ਇਸ ਆਪਣੀ ਕੌਮੀਅਤ ਫਰਾਂਸੀਸੀ ਲਿਖਵਾਈ ਸੀ। ਕੁਝ ਲਿਖਤਾਂ ਤੋਂ ਇਹ ਵੀ ਪ੍ਰਗਟ ਹੁੰਦਾ ਹੈ ਕਿ ਇਹ ਸ਼ਾਇਦ ਸਪੈਨਿਸ਼ ਸੀ।
पर चूंकि इस खुद अपनी कौमीयत फ्रांसीसी लिखवाई सी, इसलिए असी इसनूं फ्रांसीसी ही मानते हाँ। लाहौर आउणा। उमस ਦੇ पंजाब विच आउण तो ਪਹਿਲਾਂ ਦੇ ਜੀਵਨ ਬਾਰੇ ਖੋਜ ਕੀਤਿਆਂ पता लगता है कि ਉਹ ਨੈਪੋਲੀਅਨ ਦੇ ਤੋਪਖਾਨੇ ਵਿੱਚ ਲੈਫਟੈਨੈਂਟ ਭਰਤੀ ਹੋਇਆ ਸੀ ਅਤੇ ਛੇਤੀ ਹੀ ਉਸ ਨੂੰ ਕਪਤਾਨੀ ਪਰ ਤਰੱਕੀ ਦਿੱਤੀ ਗਈ। ਜਿਹਾ ਕਿ ਐਲਾਰਡ ਦੇ ਜੀਵਨ ਵਿੱਚ ਲਿਖਿਆ ਜਾ ਚੁੱਕਾ ਹੈ ਕਿ ਨੈਪੋਲੀਅਨ ਦੀ ਤਬਾਹੀ ਦੇ ਬਾਅਦ ਫਰਾਂਸ ਦੇ ਅਨੇਕਾਂ ਨੌਜਵਾਨਾਂ ਨੂੰ ਰੋਟੀ ਕਮਾਉਣ ਲਈ ਦੇਸ਼ ਪਰਦੇਸ ਰਟਨ ਕਰਨਾ ਪਿਆ। ਉਪਰੋਕਤ ਭਾਵ ਅਨੁਸਾਰ ਮੂਸਾ ਸਾਹਿਬ ਵੀ ਈਰਾਨ ਤੋਂ ਬਲੋਚਿਸਤਾਨ ਦੇ ਰਾਹ ਨਵੰਬਰ ਸਨ 1826 ਨੂੰ ਲਾਹੌਰ ਪੁੱਜਾ। ਸੰਜੋਗ ਨਾਲ ਇਹਨਾਂ ਦਿਨਾਂ ਵਿੱਚ ਡਾਕਟਰ ਮਰਰੇ ਅਤੇ ਕਪਤਾਨ ਵੈਡ ਪੋਲੀਟੀਕਲ ਏਜੰਟ ਲੁਧਿਆਣਾ ਲਾਹੌਰ ਆਏ ਹੋਏ ਸਨ। ਉਮਸ ਜਦ ਸ਼ੇਰੇ ਪੰਜਾਬ ਦੀ ਹਜ਼ੂਰੀ ਵਿੱਚ ਹਾਜ਼ਰ ਹੋਇਆ ਤਾਂ ਮਹਾਰਾਜਾ ਸਾਹਿਬ ਨੇ ਉਸ ਦੇ ਫਰਾਂਸੀਸੀ ਹੋਣ ਦੀ ਅਤੇ ਉਹ ਪਹਿਲਾਂ ਜਿੱਥੇ-ਜਿੱਥੇ ਜਿਸ ਅਹੁਦੇ ਪਰ ਨੌਕਰ ਰਹਿ ਚੁੱਕਾ ਸੀ, ਉਪਰੋਕਤ ਦੋਵਾਂ ਅੰਗਰੇਜ਼ੀ ਅਫਸਰਾਂ ਦੀ ਰਾਹੀਂ ਫ੍ਰੈਂਚ ਭਾਸ਼ਾ ਵਿੱਚ ਉਮਸ ਨਾਲ ਗੱਲਬਾਤ ਕਰਕੇ ਪੁਸ਼ਟੀ ਕਰਵਾਈ। ਜਦ ਉਮਸ ਆਪਣੀ ਸਾਰੀ ਸਿਰਬੀਤੀ ਸੁਣਾ ਚੁੱਕਾ ਅਤੇ ਇਸ ਗੱਲ ਦੀ ਪੂਰੀ ਤਰ੍ਹਾਂ ਤਸੱਲੀ ਹੋ ਗਈ ਕਿ ਉਹ ਨੈਪੋਲੀਅਨ ਦੀ ਫੌਜ ਵਿੱਚੋਂ ਕੈਪਟਨ ਰਿਹਾ ਸੀ, ਤਾਂ ਸ਼ੇਰੇ ਪੰਜਾਬ ਨੇ ਇਸ ਨੂੰ ਬੜੀ ਖੁੱਲੀ ਤਲਬ ਦੇਣੀ ਪ੍ਰਵਾਨ ਕਰ ਲਈ, ਅਰਥਾਤ 1200 ਰੁਪਇਆ ਮਹੀਨੇ ਪਰ ਉਸ ਨੂੰ ਨੌਕਰ ਰੱਖ ਲਿਆ। ਉਮਸ ਨੂੰ ਰਹਿਣ ਲਈ ਜਹਾਂਗੀਰ ਬਾਦਸ਼ਾਹ ਦੀ ਸ਼ਾਦਰੇ ਵਾਲੀ ਬਾਰਾਦਰੀ ਦਿੱਤੀ ਗਈ। ਪਹਿਲਾਂ ਉਸ ਨੂੰ ਤੋਪਖਾਨੇ ਵਿੱਚ ਲਾਇਆ ਗਿਆ। ਇਸ ਦੀ ਛਾਵਣੀ ਵੀ ਸ਼ਾਦਰੇ ਵਿੱਚ ਵਸਾਈ ਗਈ। ਮੂਸਾ ਸਾਹਿਬ ਫੌਜੀ ਸਿਖਲਾਈ ਦੇ ਕੰਮ ਵਿੱਚ ਬੜਾ ਚਤਰ ਸੀ। ਭਾਵੇਂ ਉਸ ਦੀ ਆਮ ਵਾਕਫੀ ਤਾਂ ਐਲਾਰਡ ਤੇ ਵੈਂਤੂਰਾ ਜਿੰਨੀ ਨਹੀਂ ਸੀ, ਪਰ ਮਿਹਨਤ ਨਾਲ ਨਵੇਂ ਰੰਗਰੂਟਾਂ ਨੂੰ ਸਿਖਲਾਈ ਦਾ ਕੰਮ ਬੜੀ ਕੋਸ਼ਿਸ਼ ਨਾਲ ਸਿਖਾਉਂਦਾ ਸੀ, ਜਿਸ ਕਰਕੇ ਮਹਾਰਾਜਾ ਸਾਹਿਬ ਇਸ ਦੇ ਕੰਮ ਤੋਂ ਬਹੁਤ ਖੁਸ਼ ਸਨ। ਰਸਾਲਿਆਂ ਦੀ ਸਿਖਲਾਈ। ਥੋੜੇ ਦਿਨਾਂ ਬਾਅਦ ਉਮਸ ਨੂੰ ਰਸਾਲੇ ਦੇ ਜਵਾਨਾਂ ਦੀ ਸਿਖਲਾਈ ਦਾ ਕੰਮ ਵੀ ਸੌਂਪਿਆ ਗਿਆ। ਉਸ ਦੇ ਕੰਮ ਨੂੰ ਦੇਖ ਕੇ ਇਹ ਆਸ ਪੈਂਦੀ ਸੀ ਕਿ ਛੇਤੀ ਹੀ ਉਸ ਦਾ ਪਾਇਆ ਐਲਾਰਡ ਤੇ ਵੈਂਤੂਰਾ ਦੇ ਬਰਾਬਰ ਹੋ ਜਾਏਗਾ ਅਤੇ ਉਹ ਪਹਿਲੇ ਦਰਜੇ ਦੇ ਅਹੁਦੇਦਾਰਾਂ ਵਿੱਚ ਗਿਣਿਆ ਜਾਏਗਾ, ਪਰ ਬਿਦਨਾ ਦੇ ਖੇਲ ਨਿਆਰੇ ਹਨ। ਡਾਕੀ ਦੀ ਬਿਮਾਰੀ ਨਾਲ ਮੌਤ। ਅਕਤੂਬਰ ਸਨ 1828 ਨੂੰ ਮੂਸਾ ਸਾਹਿਬ ਡਾਕੀ ਦੇ ਰੋਗ ਨਾਲ ਬਿਮਾਰ ਹੋ ਗਿਆ। ਉਸ ਦਾ ਇਹ ਰੋਗ ਇੰਨਾ ਭਿਆਨਕ ਹੋ ਗਿਆ ਸੀ ਕਿ ਫਕੀਰ ਸਾਹਿਬ ਆਪ ਅਤੇ ਹੋਰ ਕਈ ਸਿਆਣਿਆਂ ਹਕੀਮਾਂ ਦੇ ਅਨੇਕ ਯਤਨ ਕਰਨ ਤੇ ਵੀ ਰੋਗ ਕੁਝ ਵੀ ਨਾ ਘਟਿਆ। ਛੇਕੜ 16 ਅਕਤੂਬਰ ਸਨ 1828 ਦੀ ਰਾਤ ਨੂੰ ਉਹ ਇਸ ਸੰਸਾਰ ਤੋਂ ਕੂਚ ਕਰ ਗਿਆ। ਇਸ ਬਾਰੇ ਮੁਨਸ਼ੀ ਸੋਹਨ ਲਾਲ ਲਿਖਦਾ ਹੈ ਕਿ ਮਹਾਰਾਜਾ ਸਾਹਿਬ ਨੂੰ ਮੂਸਾ ਸਾਹਿਬ ਦੀ ਮੌਤ ਦੀ ਖਬਰ ਸੁਣ ਕੇ ਬੜਾ ਦੁੱਖ ਹੋਇਆ। ਉਸ ਦਾ ਬਿਬਾਨ ਪੂਰਨ ਫੌਜੀ ਸ਼ਾਨ ਨਾਲ ਉਠਾਇਆ ਗਿਆ ਅਤੇ ਸ਼ਾਦਰੇ ਵਿੱਚ ਹੀ ਸ਼ਾਹੀ ਮਕਬਰੇ ਦੇ ਲਾਗੇ ਉਸ ਨੂੰ ਦਫਨਾਇਆ ਗਿਆ। ਖਾਲਸਾ ਰਾਜ ਸਮੇਂ ਦੀਆਂ ਲਿਖਤਾਂ ਵਿੱਚ ਕੋਈ ਲਿਖਤ ਐਸੀ ਨਹੀਂ ਮਿਲਦੀ ਜਿਸ ਵਿੱਚ ਮੂਸਾ ਸਾਹਿਬ ਦਾ ਮੈਦਾਨੇ ਜੰਗ ਵਿੱਚ ਲੜਨ ਦਾ ਕੋਈ ਸਮਾਚਾਰ ਲਿਖਿਆ ਹੋਵੇ। ਤੀਜਾ, ਜਰਨੈਲ ਕੋਟ। ਕੌਮੀਅਤ ਫਰਾਂਸੀਸੀ। ਨੌਕਰੀ ਦਾ ਸਮਾਂ ਮਾਰਚ 1822 ਤੋਂ 1844 ਅਤੇ ਤਲਬ 3500 ਪ੍ਰਤੀ ਮਹੀਨਾ। ਜਨਮ। ਕੋਟ ਦਾ ਜਨਮ ਸਨ 1893 ਨੂੰ ਗ੍ਰੇਸ, ਫਰਾਂਸ ਵਿੱਚ ਹੋਇਆ। ਉਸਨੇ ਪੈਰਿਸ ਦੇ ਫੌਜੀ ਸਕੂਲ ਵਿੱਚ ਵਿੱਦਿਆ ਪ੍ਰਾਪਤ ਕੀਤੀ ਸੀ। ਪ੍ਰੀਖਿਆ ਵਿੱਚ ਚੰਗੇ ਨੰਬਰ ਲੈ ਕੇ ਪਾਸ ਹੋਣ ਦੇ ਕਾਰਨ ਉਸਨੂੰ ਸਨ 1813 ਵਿੱਚ ਫਰਾਂਸ ਦੀ ਪ੍ਰਸਿੱਧ 68ਵੀਂ ਪੈਦਲ ਰੈਜੀਮੈਂਟ ਵਿੱਚ ਲੈਫਟੈਨੈਂਟ ਦਾ ਅਹੁਦਾ ਦਿੱਤਾ ਗਿਆ। ਇਸ ਫੌਜ ਵਿੱਚ ਕੋਟ ਸਨ 1818 ਤੱਕ ਰਿਹਾ। ਮਾਲੂਮ ਹੁੰਦਾ ਹੈ ਕਿ ਕੋਟ ਨੂੰ ਹੁਣ ਇਸ ਗੱਲ ਦਾ ਯਕੀਨ ਹੋ ਗਿਆ ਸੀ ਕਿ ਫਰਾਂਸ ਵਿੱਚ ਰਹਿ ਕੇ ਉਸ ਨੂੰ ਅੱਗੇ ਕੋਈ ਤਰੱਕੀ ਮਿਲਣ ਦੀ ਆਸ ਨਹੀਂ, ਤਾਂ ਉਹ ਇਹ ਨੌਕਰੀ ਛੱਡ ਕੇ ਨਵੀਂ ਨੌਕਰੀ ਦੀ ਭਾਲ ਵਿੱਚ ਫਿਰਦਾ ਫਿਰਾਂਦਾ ਈਰਾਨ ਜਾ ਨਿਕਲਿਆ ਅਤੇ ਉੱਥੇ ਫੌਜ ਵਿੱਚ ਨੌਕਰ ਹੋ ਗਿਆ। ਕੋਟ ਨੂੰ ਈਰਾਨ ਵਿੱਚ ਅਜੇ ਥੋੜਾ ਸਮਾਂ ਹੀ ਬੀਤਿਆ ਸੀ ਕਿ ਉਸ ਦਾ ਮੇਲ ਅਵੀਤਾਬੀਲ ਨਾਲ ਹੋਇਆ, ਜੋ ਉਸ ਤੋਂ ਪਹਿਲਾਂ ਹੀ ਈਰਾਨ ਵਿੱਚ ਪਹੁੰਚ ਚੁੱਕਾ ਸੀ। ਉੱਥੇ ਉਹਨਾਂ ਦੋਵਾਂ ਦਾ ਮਿੱਤਰਤਾ ਵਾਲਾ ਸਬੰਧ ਹੋ ਗਿਆ ਅਤੇ ਉਹ ਹੁਣ ਇਕੱਠੇ ਰਹਿਣ ਲੱਗ ਪਏ। ਜਿਹਾ ਕਿ ਪਾਠਕ ਅਵੀਤਾਬੀਲ ਦੇ ਜੀਵਨ ਵਿੱਚ ਪੜ੍ਹ ਆਏ ਹਨ ਕਿ ਉਹ ਜਦ ਈਰਾਨ ਵਿੱਚ ਸੀ ਤਾਂ ਉਸ ਨੂੰ ਆਪਣੇ ਦੋ ਹੋਰ ਦੇਸ ਭਾਈਆਂ
ਵੈਂਤੂਰਾ ਤੇ ਐਲਾਰਡ ਬਾਰੇ ਪਤਾ ਸੀ ਕਿ ਉਹ ਦੋਵੇਂ ਯੂਰਪੀਅਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਾਲੀਏ ਪੰਜਾਬ ਦੇ ਪਾਸ ਫੌਜ ਵਿੱਚ ਚੰਗੇ ਅਹੁਦਿਆਂ ਪਰ ਨੌਕਰ ਹਨ। ਮਹਾਰਾਜਾ ਸਾਹਿਬ ਵੱਲੋਂ ਉਹਨਾਂ ਨਾਲ ਬਖਸ਼ਿਸ਼ਾਂ ਤੇ ਕਦਰਦਾਨੀ ਦੇ ਮਾਜਰੇ ਉਸ ਕਈਆਂ ਤੋਂ ਸੁਣੇ ਸਨ, ਜਿਸ ਦੇ ਕਾਰਨ ਉਸ ਦਾ ਮਨ ਪੰਜਾਬ ਪਹੁੰਚਣ ਲਈ ਭਟਕ ਰਿਹਾ ਸੀ। ਛੇਕੜ ਉਸਨੇ ਆਪਣੇ ਲਈ ਇਹ ਫੈਸਲਾ ਕੀਤਾ ਕਿ ਉਹ ਪੰਜਾਬ ਪਹੁੰਚ ਕੇ ਆਪਣੇ ਭਾਗਾਂ ਦਾ ਨਿਰਣਾ ਕਰੇ। ਅਵਿਤਾਬੀਲ ਜਦ ਈਰਾਨ ਤੋਂ ਪੰਜਾਬ ਵੱਲ ਤੁਰਨ ਦੀਆਂ ਤਿਆਰੀਆਂ ਕਰ ਰਿਹਾ ਸੀ ਤਾਂ ਕੋਰਟ ਨੇ ਵੀ ਆਪਣੇ ਭਵਿੱਖਤ ਨੂੰ ਦ੍ਰਿਸ਼ਟੀਗੋਚਰ ਰੱਖ ਕੇ ਇਹੋ ਇਰਾਦਾ ਕਰ ਲਿਆ ਕਿ ਉਹ ਵੀ ਅਵਿਤਾਬੀਲ ਨਾਲ ਈਰਾਨ ਵਿੱਚੋਂ ਕੂਚ ਕਰਕੇ ਸ਼ੇਰੇ ਪੰਜਾਬ ਦੇ ਦਰਬਾਰ ਵਿੱਚ ਨੌਕਰੀ ਦੀ ਭਾਲ ਕਰੇ। ਪੰਜਾਬ ਆਉਣਾ। ਇਹਨਾਂ ਆਸਾਂ ਨੂੰ ਮੁੱਖ ਰੱਖ ਕੇ ਕੋਰਟ ਅਵਿਤਾਬੀਲ ਦੇ ਨਾਲ ਮਿਲ ਕੇ ਪੰਜਾਬ ਵੱਲ ਤੁਰ ਪਿਆ ਅਤੇ ਇਹ ਦੋਵੇਂ ਲੰਮੀਆਂ ਮੰਜ਼ਲਾਂ ਝਾਗਣ ਦੇ ਉਪਰੰਤ 25 ਦਸੰਬਰ ਸਨ 1826 ਨੂੰ ਕਾਬਲ ਪਹੁੰਚ ਗਏ। ਕਾਬਲ ਤੋਂ ਪਿਸ਼ਾਵਰ ਤੇ ਅਟਕਦੇ ਰਾਹ ਕੋਰਟ ਸਣੇ ਅਵਿਤਾਬੀਲ ਦੇ 26 ਫਰਵਰੀ ਸਨ 1827 ਨੂੰ ਲਾਹੌਰ ਪਹੁੰਚ ਗਿਆ। ਲਾਹੌਰ ਪਹੁੰਚ ਕੇ ਕੋਰਟ ਪਹਿਲਾਂ ਕੁਝ ਦਿਨ ਵੈਂਤੂਰਾ ਦੇ ਘਰ ਰਿਹਾ। ਇਸ ਦੇ ਉਪਰੰਤ ਉਸ ਦੀ ਸ਼ੇਰੇ ਪੰਜਾਬ ਦੀ ਹਜ਼ੂਰੀ ਵਿੱਚ ਹਾਜ਼ਰੀ ਹੋਈ। ਯੋਗ ਪੁੱਛ-ਗਿੱਛ ਦੇ ਬਾਅਦ ਮਹਾਰਾਜਾ ਸਾਹਿਬ ਨੇ ਕੋਰਟ ਨੂੰ 3500 ਰੁਪਇਆ ਮਹੀਨਾ ਤਲਬ ਪਰ ਤੋਪਾਂ ਢਾਲਣ ਦੇ ਈਦਗਾਹ ਵਾਲੇ ਕਾਰਖਾਨੇ ਦੀ ਦੇਖਭਾਲ ਲਈ ਨਿਯਤ ਕਰ ਦਿੱਤਾ। ਕੋਰਟ ਦੇ ਮਹਾਰਾਜਾ ਸਾਹਿਬ ਪਾਸ ਨੌਕਰ ਹੋਣ ਤੋਂ ਪਹਿਲਾਂ ਲਾਹੌਰ ਵਿੱਚ 4 ਵੱਡੇ ਤੋਪਾਂ ਢਾਲਣ ਦੇ ਕਾਰਖਾਨੇ ਚੱਲ ਰਹੇ ਸਨ। ਇਨ੍ਹਾਂ ਵਿੱਚ ਇੱਕ ਕਿਲੇ ਦੇ ਅੰਦਰ ਮੀਆਂ ਕਾਦਰ ਬਖਸ਼ ਤੇ ਸਰਦਾਰ ਅਨੂਪ ਸਿੰਘ ਦੀ ਨਿਗਰਾਨੀ ਵਿੱਚ ਚੱਲ ਰਿਹਾ ਸੀ। ਦੂਜਾ ਕਾਰਖਾਨਾ ਸ਼ਾਦਰੇ ਵਿੱਚ ਸਰਦਾਰ ਸਰੂਪ ਸਿੰਘ ਤੇ ਜਵਾਹਰ ਮਲ ਦੀ ਸੌਂਪਣੀ ਵਿੱਚ ਸੀ। ਤੀਜਾ ਮੁਜੰਗ ਵਿੱਚ ਸਰਦਾਰ ਸੋਭਾ ਸਿੰਘ ਦੀ ਤਹਿਤ ਵਿੱਚ ਦਿਨ ਰਾਤ ਚੱਲਦਾ ਸੀ। ਚੌਥਾ ਈਦਗਾਹ ਦੇ ਲਾਗੇ ਵਾਲੇ ਹਾਤੇ ਵਿੱਚ ਸੀ, ਜਿਸ ਦੀ ਦੇਖਭਾਲ ਸਰਦਾਰ ਨਾਹਰ ਸਿੰਘ ਕਰਦੇ ਸਨ। ਹੁਣ ਸਰਦਾਰ ਸਾਹਿਬ ਦੇ ਨਾਲ ਕੋਰਟ ਵੀ ਨਿਗਰਾਨ ਥਾਪਿਆ ਗਿਆ। ਇਹ ਚਾਰੇ ਕਾਰਖਾਨੇ ਕੋਰਟ ਦੇ ਲਾਹੌਰ ਪਹੁੰਚਣ ਤੋਂ ਢੇਰ ਚਿਰ ਪਹਿਲਾਂ ਚੱਲ ਰਹੇ ਸਨ। ਸਨ 1843 ਵਿੱਚ ਕੋਰਟ ਦੇ ਨੌਕਰੀ ਛੱਡ ਕੇ ਲਾਹੌਰੋਂ ਚਲੇ ਜਾਣ ਦੇ ਬਾਅਦ ਵੀ ਇਹ ਬਰਾਬਰ ਜਾਰੀ ਰਹੇ। ਇਸ ਗੱਲ ਦਾ ਪੱਕਾ ਸਬੂਤ ਇਹ ਹੈ ਕਿ ਇਹਨਾਂ ਉਪਰੋਕਤ ਕਾਰਖਾਨਿਆਂ ਵਿੱਚ ਢਾਲੀਆਂ ਗਈਆਂ ਤੋਪਾਂ ਪਰ ਜੋ ਲਿਖਤ ਉਕਰੀ ਹੋਈ ਹੈ ਉਸ ਵਿੱਚ ਉਸ ਕਾਰਖਾਨੇ ਦਾ ਨਾਮ, ਨਿਗਰਾਨ ਦਾ ਨਾਮ, ਕਾਰੀਗਰ ਦਾ ਨਾਮ ਅਤੇ ਢਲਾਈ ਦਾ ਸਾਲ ਦਰਜ ਹੈ। ਕੁਝ ਤੋਪਾਂ ਪਰ ਇਹ ਵੀ ਲਿਖਿਆ ਮਿਲਦਾ ਹੈ ਕਿ ਇਸ ਤੋਪ ਵਿੱਚ ਕਿੰਨਾ ਬਾਰੂਦ ਪਾਣਾ ਚਾਹੀਦਾ ਹੈ ਅਤੇ ਕਿੰਨੇ ਵਜ਼ਨ ਦਾ ਗੋਲਾ ਚਲਾਣਾ ਚਾਹੀਦਾ ਹੈ। ਸਨ 1831 ਦੇ ਖਾਲਸਾ ਦਰਬਾਰ ਦੇ ਬਰਾਵਰਦ ਤਲਬ ਦਾ ਰਜਿਸਟਰ ਵਿੱਚ ਕੋਰਟ ਦੀ ਤਲਬ 2500 ਲਿਖੀ ਹੋਈ ਮਿਲਦੀ ਹੈ। ਕਿਉਂਕਿ ਇਸ ਇੰਨੀ ਬੜੀ ਤਲਬ ਦੇ ਟਾਕਰੇ ਪਰ ਉਸ ਪਾਸ ਕੰਮ ਬਹੁਤ ਘੱਟ ਸੀ, ਇਸ ਲਈ ਮਹਾਰਾਜਾ ਸਾਹਿਬ ਨੇ ਤੋਪਖਾਨਿਆਂ ਦੇ ਪ੍ਰਚਲਿਤ ਨਿਯਮਾਂ ਵਿੱਚ ਸੁਧਾਰ ਦਾ ਕੰਮ ਵੀ ਕੋਰਟ ਦੇ ਜ਼ਿੰਮੇ ਪਾ ਦਿੱਤਾ। ਇਸ ਕੰਮ ਵਿੱਚ ਕੋਰਟ ਨੂੰ ਕਾਫੀ ਸਫਲਤਾ ਪ੍ਰਾਪਤ ਹੋਈ, ਜਿਸ ਦੇ ਕਾਰਨ ਉਸ ਨੂੰ ਸਨ 1836 ਵਿੱਚ ਜਰਨੈਲੀ ਦਾ ਅਹੁਦਾ ਦਿੱਤਾ ਗਿਆ। ਇਸ ਦੇ ਨਾਲ 650 ਰੁਪਏ ਦੀ ਜਾਗੀਰ ਵੀ ਬਖਸ਼ੀ ਗਈ। ਕੋਰਟ ਦੀ ਛਾਵਣੀ ਦਾ ਨਾਮ ਬੇਗਮਪੁਰਾ ਸੀ, ਜਿਸ ਨੂੰ ਅੱਜ ਕੱਲ੍ਹ ਮੁਗਲਪੁਰਾ ਕਹਿੰਦੇ ਹਨ। ਕੋਰਟ ਦਾ ਵਿਆਹ। ਕੋਰਟ ਨੂੰ ਪੰਜਾਬ ਵਿੱਚ ਆਇਆ ਅਜੇ ਕੋਈ 2 ਕੁ ਸਾਲ ਬੀਤੇ ਸਨ ਕਿ ਉਸਨੇ ਸਨ 1829 ਵਿੱਚ ਇੱਕ ਕਸ਼ਮੀਰੀ ਮੁਸਲਮਾਨ ਲੜਕੀ ਨਾਲ ਵਿਆਹ ਕਰਵਾ ਲਿਆ। ਹੁਣ ਉਸਨੇ ਮਹਾਰਾਜਾ ਸਾਹਿਬ ਅੱਗੇ ਕਿਸੇ ਖੁੱਲੇ ਘਰ ਲਈ ਬਿਨੈ ਕੀਤੀ। ਇਸ ਦੀਆਂ ਲੋੜਾਂ ਨੂੰ ਵਿਚਾਰ ਕੇ ਸਰਕਾਰ ਨੇ ਉਸ ਨੂੰ ਨਸਰਤ ਖਾਨ ਦਾ ਬਾਗ ਸਣੇ ਉਸ ਦੀ ਗੁੰਬਜਦਾਰ ਹਵੇਲੀ ਦੇ, ਜੋ ਬੜੀ ਸ਼ਾਨਦਾਰ ਇਮਾਰਤ ਸੀ, ਕੋਰਟ ਨੂੰ ਰਹਿਣ ਲਈ ਦੇ ਦਿੱਤੀ। ਇਸ ਬਾਗ ਅਤੇ 12 ਦਰੀ ਪਰ ਬਹੁਤ ਸਾਰਾ ਰੁਪਇਆ ਮਹਾਰਾਜਾ ਸਾਹਿਬ ਨੇ ਆਪਣੇ ਪਾਸੋਂ ਖਰਚ ਕਰਕੇ ਉਸ ਥਾਂ ਨੂੰ ਹੋਰ ਵਧੇਰਾ ਸੋਹਣਾ ਤੇ ਨਵਾਂ ਬਣਾ ਦਿੱਤਾ। ਕੋਰਟ ਨੇ ਉਸ ਬਾਗ ਅੰਦਰ ਇਕੱਲ ਵਾਂਝੇ ਇੱਕ ਛੋਟੀ ਜਿਹੀ ਸੁੰਦਰ ਮਸੀਤ ਬਣਵਾਈ, ਜਿਸ ਵਿੱਚ ਉਸ ਦੀ ਬੇਗਮ ਨਮਾਜ਼ ਪੜ੍ਹਿਆ ਕਰਦੀ ਸੀ। ਕੋਰਟ ਦੀ ਬੇਗਮ ਦੀ ਮੌਤ। ਕੋਰਟ ਦੀ ਬੇਗਮ ਨੂੰ ਸਨ 1837 ਵਿੱਚ ਲੜਕੀ ਜਨਮੀ। ਬੱਚੀ ਦਾ ਜਨਮ ਆਪਣੀ ਮਾਤਾ ਲਈ ਡਾਢਾ ਦੁਖਦਾਈ ਸਿੱਧ ਹੋਇਆ। ਅਰਥਾਤ ਦੂਜੇ ਦਿਨ ਲੜਕੀ ਤੇ ਮਾਂ ਦੋਵੇਂ ਇਸ ਸੰਸਾਰ ਤੋਂ ਕੂਚ ਕਰ ਗਈਆਂ।
कोर्ट ने अपनी औरत नूं उसे मसीत दे लागे अपने बाग विच दफनाया अते बहुत सारा धन ला के उसकी बड़ी सुंदर कबर बनवाई। कोर्ट ने कोई जंगी सेवा नहीं की। कोर्ट दी खालसा राज लई जंगी सेवा बारे असां दरबार दियां पुरातन लिखतां नूं विचारिया, पर केवल एक वार सन 1834 वाली पिशावर दी चढ़ाई समय कोर्ट सरदार हरी सिंह ते कुंवर नौनिहाल सिंह दे अधीन फौज दे नाल गया सी। इस तों छुट होर कोई कारनामा नहीं मिलदा। इस दी नौकरी दा सारा समा छावनी विच ही रहिंदियां बीतिया सी। कोर्ट शेरे पंजाब दे सारे यूरपी नौकरां विचों सब तों वधेरे लिखिया पढ़िया आदमी सी, पर यह गल वड्डी हैरानगी विच पावन वाली है कि जिन्ना ओह बहुता विद्वान सी उतना ही ओह छोट दिला सी। ਉਹ ਨਿੱਕੀ ਨਿੱਕੀ ਗੱਲ पर चित्ता पै जांदा सी। ਇਹ कमजोरी तो छुट उसकी रहनी बहनी नूं उसकी अपनी फौज के सरदार शंके भरी नज़र नाल देखदे सन। उन्हां दा ख्याल सी कि कोर्ट किसी बाहरली ताकत नाल खूफिया चिट्ठी पत्तर करन दा संबंध रखदा है। एलेक्जेंडर बार्नस दा खत ते नक्शा जिहड़ा उसने कोर्ट नूं भेजिया पकड़िया गया सी, जिस बारे सारे दरबार दा शक वध गया। इस शक का सिट्टा निकलिया कि उसके कंपू की खालसा फौज उसके काबू तो बाहर हो गई। उसके अयोग सलूक के कारण बेगमपुरे की सारी छावनी विच अशांति खिलर गई। छेकड़ ओह अपने आदमियों तो कवैद परेड का काम लैण तो भी असमर्थ हो गया। कोर्ट लई परीक्षा की घड़ी। कोर्ट ते हौसले की परीक्षा की घड़ी उस दिन आई जद 26 जनवरी सन 1843 के दिन उसके तोपखाने के कुछ जिम्मेवार उसके निवास स्थान पर गए अते उपरोक्त शक की सफाई पेश करन लई उस तो मंग की। कोर्ट दा फिरोजपुर भज जाना। कोर्ट ने बजाए इसदे कि वह अपनी फौज के मुखिया के सामने आके उस पर लाए गए दूषणों की नखेदी करके अपने आप नूं विदोषा साबित करदा, इस दे उल्ट कोर्ट अपने घर दे चोर दरवाजे थाणी निकल के अविता बील दी कोठी विच जाके लुक गया। इत्थे ही बस नहीं, उसकी घबराहट इत्थों तक वध गई कि वह रातों रात लाहौर तो नस के अंग्रेजी इलाके विच फिरोजपुर जा पुजा। फिरोजपुर पहुंचण पर हैनरी लारेंस ने कोर्ट दे इस तरह बिना आग्या दे नस के आण नूं चंगी नज़र नाल ना डिठा अते उसनूं मुड़ लाहौर परत जाण लई बड़ा हौसला दवाया, पर कोर्ट ऐसी मन दी ढेरी ढा बैठा सी कि वह मुड़ लाहौर जाण लई किसे दी प्रेरणा ग्रहण करन लई तैयार ना हो सकिया। इस कोझी दिशा विच कोर्ट ने पूरे 12 महीने फिरोजपुर विच गुजार दिते। गलती पर गलती। कोर्ट दे बिना आग्या या अस्तीफा देण दे इस तरह लाहौर तो भज के फिरोजपुर जा पनाह लैण दे काम नूं लाहौर दरबार दे पंचां ने फौजी नियमां दे विरुद्ध समझ के इसनूं भगोड़ा करार दिता अते मर्यादा अनुसार उसकी जागीर जब्त कर लई। हुण कोर्ट लई अकल दी गल तां इह सी कि ओह अपनी भुल पर पश्चाताप प्रगट करके खालसा दरबार तो भुल बख्शांदा। उल्टा उस अंग्रेजी गवर्नमेंट दी राही जागीर दे मुड़ प्राप्त करन दा यतन किया, पर कोर्ट दी निराशता दी कोई हद न रही जद गवर्नमेंट ऑफ इंडिया ने इस मामले विच दखल देण तो साफ इनकार कर दिता। पंजाब तो कूच। इसे खिच्चोताण विच कोर्ट सन 1844 नूं सने अपनी दूजी पहाड़ी मेम साहिब दे पंजाब तो कूच करके कलकत्ते तो हुंदा होया फ्रांस पहुंच गया। कोर्ट मदरे कद दा आदमी सी, इसदा जुस्सा दोहरा सी, चेहरे पर चीचक दे निशान सन। कोर्ट संबंधी फ्रांस विच जीवन बिताण बारे बहुते समाचार नहीं मिलते। मालूम हुंदा है कि जिहा कि कोर्ट सुभावक इकांत पसंद मनुख सी अते छेकड़ दी उमर विच ओह वधेरा इकांती हो गया होना है। कोर्ट बारे छेकड़ वध तो वध इन्ना ही मालूम हो सकिया है कि वह जुलाई सन 1881 नूं फ्रांस विच मर गया। अविता बील दे बाद कोर्ट दूजा विदेशी जरनैल सी जिहड़ा जंग विच किसे नूं मारन दी जीव हत्या दे पाप दा भार सिर लैण तो सदा लई साफ बचिया रहा सी। चौथा
डॉक्टर बैंट कौमीयत फ्रांसीसी, नौकरी का समा अप्रैल 1838 तो 1840 ਅਤੇ तलब 1000 प्रति महीना। लाहौर आउणा डॉक्टर बैंट अप्रैल सन 1838 विच लाहौर पुज्जा। शेरे पंजाब खालसा राज दी फौजी ते मुल्की जीवां दी अरोगता दी देखभाल लई सदा ही चंगे डॉक्टरां ते हकीमां दी वड्डी लोड़ अनुभव करदे सन। बैंट जद लाहौर आया तां जनरल एलार्ड दी जान पछाण पर महाराजा साहिब ने उसनूं छेती ही नौकरी पर ला लिया। फौज ते मुल्की अरोगता दी निगरानी फौज ਅਤੇ ਮੁਲਕੀ ਦੋਹਾਂ ਸੀਗਿਆਂ ਦੀ ਅਰੋਗਤਾ ਦੀ ਨਿਗਰਾਨੀ ਦਾ ਅਹੁਦਾ ਉਸਨੂੰ ਸੌਂਪਿਆ ਗਿਆ। ਪਹਿਲਾਂ 800 ਰੁਪਏ ਤਲਬ ਨਿਯਤ ਹੋਈ। 1 ਸਾਲ ਦੀ ਸੇਵਾ ਦੇ ਉਪਰੰਤ ਉਸਨੂੰ 200 ਰੁਪਇਆ ਮਹੀਨਾ ਤਰੱਕੀ ਦੇ ਕੇ 1000 ਰੁਪਇਆ ਮਹੀਨਾ ਤਲਬ ਕਰ ਦਿੱਤੀ ਗਈ। ਡਾਕਟਰ ਬੈਂਟ ਦੇ ਰਹਿਣ ਲਈ ਇੱਕ ਸ਼ਾਹਾਨਾ ਬਾਰਾਦਰੀ ਸਣੇ ਬਾਗ ਦੇ ਉਸਨੂੰ ਦਿੱਤੀ। ਮਿਸਟਰ ਬਾਰ ਨੇ ਬੈਂਟ ਦੇ ਇਸ ਮਕਾਨ ਨੂੰ ਦੇਖ ਕੇ फरवरी सन 1839 ਵਿੱਚ ਉਸ ਦੀ ਬੜੀ ਸ਼ਲਾਘਾ ਲਿਖੀ ਹੈ। ਉਹ ਆਪਣੇ ਸਫ਼ਰਨਾਮੇ ਵਿੱਚ ਲਿਖਦਾ ਹੈ ਕਿ ਡਾਕਟਰ ਬੈਂਟ ਦੇ ਰਹਿਣ ਵਾਲਾ ਮਕਾਨ ਬੜਾ ਸ਼ਾਹਾਨਾ ਹੈ। ਉਸ ਵਿੱਚ ਕਈ ਕਮਰੇ ਹਨ ਜਿਨ੍ਹਾਂ ਵਿੱਚ ਸ਼ੀਸ਼ੇ ਦਾ ਬੜਾ ਵਧੀਆ ਕੰਮ ਹੋਇਆ ਹੈ। ਉਸ ਦੇ ਨਾਲ ਲਾਗਵਾਂ ਬਾਗ ਲਾਹੌਰ ਦੇ 94 ਬਾਗਾਂ ਵਿੱਚੋਂ ਹੈ। ਮਹਾਰਾਜਾ ਰਣਜੀਤ ਸਿੰਘ ਬੈਂਟ ਨਾਲ ਬੜੀ ਕਿਰਪਾਲਤਾ ਦਾ ਵਰਤਾਵ ਕਰਦੇ ਹਨ, जिस दे कारण महाराजा साहिब सारे वड्डे वड्डे नामी सरदारां तो इसकी बड़ी खुली आमदन हुंदी है। ओह इस तरह बहुत सारा रुपया तलब तो वख उपरों कमाउंदा है। महाराजा साहिब ज्यों-ज्यों उसनूं अपने अहुदे दे फर्ज पूरे करने अते सफलता की प्राप्ति नूं देखते सन, ओह त्यों-त्यों उस पर वध तो वध बख्शिशां करके उसनूं निहाल करते रहिंदे सन। इस बारे मुड़ बार लिखदा है। बैंट नूं इनाम अजे थोड़े दिन होए हन कि महाराजा साहिब ने एक बहुमुल्ला संदूक जिहड़ा महंगियां दवाइयां नाल भरपूर सी भरे दरबार विच डॉक्टर बैंट नूं बख्श दिता है तां कि यह कीमती दवाइयां ओह आम जनता दी अरोगता लई वरत लवे। यह कीमती सुगात लॉर्ड विलियम बैंटक गवर्नर जनरल हिंद ने महाराजा साहिब दी भेंट कीता सी। शेरे पंजाब ने डॉक्टर बैंट के सामने एक बक्स रख के उस तो पुछया कि यह सुगात किन्ने कु मुल दी होनी है। डॉक्टर ने आख्या कि इसका मुल पाउणा कठिन है, पर इन्ना कह सकदा हां कि यह चीज बहुते मुल दी है। फिर महाराजा साहिब ने डॉक्टर नूं कहा, यह आप नूं बख्शिश है, इस दियां दवाइयां रोगियां दी भलाई लई वरतिया करो। बार यह भी लिखदा है कि इस समय कई दरबारियां ने शेरे पंजाब की हजूरी विच बेनती की कि यह सारियां दवाइयां डॉक्टर नूं इक्को वारी इकट्ठियां देण नालों यह वधेरा चंगा होवेगा कि इन्हां विचों लोड़ अनुसार नालों नाल थोड़ियां दवाइयां उसनूं दत्तियां जाण। इस तरह करन नाल इस बख्शिश की लड़ी कई दिनां तक चालू रहेगी। पर महाराजा ने यह गल ना मन्नी अते यह सब दवाइयां इक्को वारी डॉक्टर बैंट नूं बख्श दित्तियां। वापस फ्रांस जाना डॉक्टर बैंट महाराजा रणजीत सिंह जी के चलाने के बाद सन 1840 विच फ्रांस विच अपनी किसी घरोगी लोड़ के कारण खालसे की नौकरी छड्ड के अपने देश फ्रांस परत गया। डॉक्टर बैंट की इस 2 साला नौकरी समय कई शहरां विच सफाखाना खोले गए। शहरां की सफाई ते अरोगता नूं स्थिर रखण लई बड़े लाभवंदे ढंग जारी किए गए सन। 5वां डिला फॉन्ट कौमीयत फ्रांसीसी, समा 1838 तो 1843 अते तलब 800 रुपए प्रति महीना। खालसा राज समय दीयां लिखतां दी पड़चोल कीतियां उपरोक्त नाम दे 2 अहुदेदार मिलदे हन। इन्हां दा इक्को जिहा नाम, इक्को जिहा अहुदा अते इक्को जिन्नी तलब सी। यह दोवें भाई सन। इत्थे असीं पहिलां वड्डे डिला फोर्ट दा हाल दिंदे हां। जरनैल एलार्ड जद सन 1834 तो 1835 विच 18 महीनिਆਂ ਦੀ छुट्टी पर फ्रांस गया सी तां उत्थे उसनूं वड्डा डिला फोर्ट मिलिया ਅਤੇ ਉਸਨੇ ਐਲਾਰਡ ਨਾਲ ਗੱਲਬਾਤ ਕਰਦਿਆਂ ਆਪਣਾ ਇਰਾਦਾ ਪ੍ਰਗਟ ਕੀਤਾ
कि जे कदे जरनैल किरपा पूर्वक उसनूं महाराजा रणजीत सिंह दी फौज विच नौकरी दिवा देण तां ओह सदा उसदा धन्नवादी रहेगा। जरनैल एलार्ड ने उसनूं दस्सिया सी कि शेरे पंजाब फौजी हुनर दे जाणू नौजवानां नूं वड्डी कदर दी नज़र नाल देखदे हन। जद ओह लाहौर आ जाएगा तां उसनूं उसदे गुणा अनुसार खालसा फौज विच नौकरी दवा दित्ती जाएगी। जनरल एलार्ड तां छुट्टी दे पूरा होण पर लाहौर परत आया, पर डीला फॉन्ट अपने पहले काम तो 2 साल दे लगभग छुटकारा ना पा सकिया ते ओह फ्रांस विच ही रहा। इस दे बाद अर्थात सन 1837 विच डीला फॉन्ट पहला बंबई अते फिर दिल्ली पहुंचे। डीला फॉन्ट ते राहदारी। दिल्ली विच इस नूं पता लगा कि पंजाब विच वड़न तो पहला अंग्रेजी हुकूमत तो राहदारी प्राप्त करनी जरूरी है। इत्थे उसने राहदारी लई एक दरखास्त लिख दित्ती। उन्हीं दिनी डाक दा प्रबंध इन्ना चंगा नहीं सी। गवर्नर जनरल दे उत्तर आउण विच चौखा समा लंघ गया। इस दे बाद उत्तर आया कि जाचक दी दरखास्त अधूरी है। उस विच उसने ये नहीं प्रगट किया कि लाहौर जाके ओह किहड़ा काम करेगा। राहदारी प्राप्त करन लई इस गल दा खोल के वेरवा लिखना जरूरी है। मुड़ दूजी दरखास्त देण तो डीला फॉन्ट ने इस दलील पर ना कर दित्ती कि ओह अंग्रेजी प्रजा नहीं अते महाराज रणजीत सिंह खुद मुख्तार हुक्मरान है, इसलिए उसनूं लाहौर जाण विच किसी बंधन की लोड़ नहीं। बिना राहदारी लाहौर आउणा। हुण थोड़े दिनां दे उपरंत डीला फॉन्ट चुप चुपाता दिल्ली तो निकल के भावलपुर दे राह सिद्धा लाहौर पहुंच गया। जिहा कि पाठक उपर पढ़ आए हन कि वड्डा डीला फॉन्ट एलार्ड नूं फ्रांस विच मिल चुका सी, इसलिए महाराजा साहिब तो नौकरी प्राप्त करन विच उसनूं कोई कठिनाई नहीं सी होई। शेरे पंजाब ने उसते फौजी हुनर दे परतावा करन दे उपरंत 800 रुपया महीना तलब पर उसनूं फौज विच मेजर दा अहुदा दे दिता। पहले पहल डीला फॉन्ट नूं फतेह रजमेंट विच लाया गया। इसने थोड़े दिनां विच ही अपनी योग्यता अनुसार रजमेंट दे काम विच खासी उन्नति की। उधर सरकार अंग्रेजी नूं जद डीला फॉन्ट दी आप हुदरी दा पता लगा तां उसने अपने पोलिटिकल एजेंट लुधियाना दी राही महाराजा साहिब नूं लिखिया कि उसनूं नौकरी ना दित्ती जाए, पर महाराजा साहिब ने डीला फॉन्ट दी उपर लिखी दलील दे चानने विच अंग्रेजी हुकूमत दी मंग नूं कोई तोल ना दिता। डीला फॉन्ट बराबर 1843 तक खालसा फौज विच कमांडर दे अहुदे पर काम करदा रहा। 1 साल दी छुट्टी जाना। डीला फॉन्ट दी नौकरी दा वधेरे समा हज़ारे विच बीतिया। ओह सन 1843 विच 1 साल दी छुट्टी पर फ्रांस गया सी, पर उसनूं घरोगी लोड़ा ने इन्ना बेवस कर दिता कि ओह परत के मुड़ पंजाब ना आ सकिया। कोई जंगी सेवा नहीं सी। डीला फॉन्ट दी खालसा राज लई मैदान जंग दी कोई सेवा नहीं। मेजर स्माइथ लिखदा है कि उसनूं खालसा राज दीयां कई खूफिया गल्लां डीला फॉन्ट ने ही दसियां सन। 6वां छोटा डीला फॉन्ट। कौमीयत फ्रांसीसी। नौकरी दा समा सन 1838 तो 1843। तलब 800 रुपए प्रति महीना। छोटे भाई नूं लाहौर मंगवाउणा। वड्डा डीला फॉन्ट जद सन 1838 के आरंभ विच शेरे पंजाब दी फौज विच नौकर हो गया तां उसने यतन करके महाराजा साहिब तो अपने निक्के भाई लई भी नौकरी दी प्रवानगी प्राप्त कर लई। उसने शेरे पंजाब नूं दस्सिया कि उसका निक्का भाई भी उसदे नाल फ्रांसीसी फौज विच करनैल रह चुका सी। क्योंकि महाराजा वड्डे डीला फॉन्ट दे काम पर प्रसन्न सन, इसलिए उसनूं अपने निक्के भाई नूं लाहौर मंगवाउण लई प्रवानगी दे दित्ती। इस तरह छोटा डीला फॉन्ट भी उसे साल 1838 के अखीर पर लाहौर पहुंच गया। शेरे पंजाब ने उसका काम देख के उसनूं 800 रुपए महीने पर फ्रांसीसी कंपू विच एक रजमेंट की कमांड दे दित्ती। यह अपने भाई नाल वधेरे समा हज़ारे आदि पंजाब दे सरहदी इलाके विच रहा। ओह भी सन 1843 विच फ्रांस परत गया। इसकी भी कोई जंगी सेवा नहीं। 7वां माउंटन। कौमीयत फ्रांसीसी।
नौकरी का समा 1839 तो 1846, तलब 800 रुपये प्रति महीना। माउंटन फ्रांसीसी फौज विच लफटैनी के अहुदे तो तरक्की करदा होया सन 1838 विच मेजर के अहुदे तक पुज्जा। इस दे उपरंत फ्रांस के फौजी नियमां अनुसार माउंटन का नाम अद्धी तलब पर रिजर्व फौज की लिस्ट विच लिखिया गया। माउंटन का निर्वाह अद्धी तलब पर फ्रांस विच रह के बड़ा कठिन हो गया, जिस करके ओह उत्थे बड़ा उपराम रहिंदा सी। माउंटन का वेंतूरा नाल मेल। इन्हां दिनां विच संजोग नाल माउंटन का जनरल वेंतूरा नाल मेल हो गया, जो इन्हीं दिनी फ्रांस छुट्टी पर गया होया सी। उस समय उसने अपना इरादा लाहौर जाण लई प्रगट किया। जनरल वेंतूरा ने जद माउंटन बारे उत्थे फ्रांस विच पुछ-गिछ कीता तां उसदी फौजी योग्यता नूं फ्रांस के जंगी दफ्तर ने सब तरह भरोसेयोग दस्सिया। वेंतूरा दा माउंटन नूं पंजाब लै आउणा। वेंतूरा छुट्टी गुजारन दे उपरंत जद लाहौर वाल तुरन लगा तां माउंटन नूं अपने नाल पंजाब लै आया। यह दोवें सन 1839 दियां गर्मियां दे आरंभ विच लाहौर पहुंच गए। कुछ दिनों के उपरंत वेंतूरा ने माउंटन नूं महाराजा साहिब की हजूरी विच हाज़र किया अते इस बारे सारियां गल्लां दा ओह आप जिम्मेवार बनिया अते इस नूं अपने कैंप विच करनैली के अहुदे पर ला लिया। महाराजा साहिब ने इस दी आरंभ विच 800 महीना तलब नियत की। माउंटन पहला पंजाब की सरहद पर हज़ारा ते छछ के इलाके विच कमांडर के अहुदे पर रहा। इस दे उपरंत पहाड़ी इलाका मंडी विच रहा। डॉक्टर मैकग्रैगर ने 1845 वाली अंग्रेज़ां ते सिखां दी लड़ाई दे हालात लिखे हैं। उस पुस्तक विच एक थां लिखत आउंदी है कि माउंटन ने सुबराओ दे मैदान विच खालसा फौज लई ऐसे दमदमे तैयार करवाए सन जिन्हां दा तोड़ना वड्डा कठिन काम सी। माउंटन अंग्रेज़ां दी कैद विच। अंग्रेज़ां दे लाहौर विच आ वड़न समय उन्हां माउंटन नूं गिरफ्तार करके पंजाब विचों देश निकाला दे दिता। इसकी सारी नौकरी समय का काम यह सी कि इसने खालसा फौज लई सुबराओ दे मैदान विच दमदमे तैयार करवाए सन। इस तो पहला कोई जंगी सेवा नहीं सी। मेजर स्माइथ लिखदा है कि माउंटन ने मैनू खालसा फौज दीयां कई जरूरी खूफिया गल्लां दसियां सन। 8वां डिलारोशी। कौमियत फ्रांसीसी। समा 1838 तो 1842, तलब 500 रुपये प्रति महीना। सन 1838 का साल विदेशियों लई खालसा राज विच नौकरियां प्राप्त करन लई वड्डा भागवंत साल सी। खोज तो पता लगता है कि जिन्ने वध विदेशी इस साल खालसा राज की नौकरी विच आए सन, इन्ने होर किसे साल नहीं सन आए। डिलारोशी ते बेगम समरू। कुछ लिखतां तो यह भी पता मिलता है कि डिलारोशी पंजाब विच आवन तो पहला कुछ समा बेगम समरू की नौकरी विच कमांडर रहा सी। पहले पति के मरण के उपरंत बेगम ने कैथोलिक मत धारण करके सन 1793 विच अपनी फौज के एक फ्रांसीसी नौकर लवासो नाल मुड़ शादी कर लई। लवासो ने 2 वरे के उपरंत आत्मघात करके बेगम तो खलासी पाई। इस कतल के शक विच बेगम पकड़ी गई, पर थामस दी राही छुटकारा पा के मुड़ रियासत का काम चलान लगी। सन 1805 विच ओह अंग्रेजी हकूमत की अंसारी होकर राज करन लगी। इसका इलाका मुजफ्फरगढ़ तो अलीगढ़ तक खिलरिया होया सी। यह अपने समय की बड़ी दानी इस्त्री मनी जाती सी। इसने केवल मेरठ के गिरजे की उसारी पर 50,000 रुपया खर्च किया सी। इस तो वक उसने 50,000 रुपया होर कलकत्ते के बिशप नूं ईसाई मत के प्रचार लई दिता सी। बेगम समरू दी विथ्या। बेगम समरू 27 जनवरी सन 1836 विच 80 साल की उम्र भोग के मोई। ओह 8 लाख रुपया रोक पिछे छड्ड गई सी। बेगम समरू के जीवन की विथ्या उसके अपने मुंशी गोकल चंद ने जैबूल तवारीख नामी पुस्तक विच विस्तार नाल दती है। सन 1838 विच डिलारोशी लाहौर पुज्जा।
ਉਸਦੇ ਇੱਥੇ ਆਉਣ ਦਾ ਇਹ ਪਤਾ ਨਹੀਂ ਮਿਲਦਾ ਕਿ ਉਹ ਕਿਹੜੇ ਰਾਹ ਲਾਹੌਰ ਪੁੱਜਾ। ਲਾਹੌਰ ਪਹੁੰਚਣ ਪਰ ਉਸਦੇ ਫੌਜੀ ਕਰਤੱਵ ਦੀ ਪ੍ਰੀਖਿਆ ਕੀਤੀ ਗਈ ਅਤੇ ਇਸ ਦੀ ਯੋਗਤਾ ਅਨੁਸਾਰ 500 ਰੁਪਇਆ ਮਹੀਨਾ ਤਲਬ ਪਰ ਸ਼ੇਰੇ ਪੰਜਾਬ ਨੇ ਉਸਨੂੰ ਮੇਜਰ ਦਾ ਅਹੁਦਾ ਦੇ ਕੇ ਨੌਕਰ ਰੱਖ ਲਿਆ। ਦਰਬਾਰੀ ਰੋਜ਼ਨਾਮਚਿਆਂ ਤੇ ਕੁਝ ਹੋਰਨਾਂ ਲਿਖਤਾਂ ਤੋਂ ਪਤਾ ਲੱਗਦਾ ਹੈ ਕਿ ਡਿਲਾਰੋਸ਼ੀ ਕੇਵਲ 2 ਵਾਰੀ ਆਪਣੀ ਨੌਕਰੀ ਸਮੇਂ ਹੱਦ-ਬੰਨਿਆਂ ਦੀ ਕਾਇਮੀ ਲਈ ਆਪਣੀ ਛਾਉਣੀ ਤੋਂ ਬਾਹਰ ਗਿਆ। ਡਿਲਾਰੋਸ਼ੀ ਬੇਲਦਾਰਾਂ ਵਿੱਚ ਨੌਕਰੀ ਦੇ ਛੇਕੜਲੇ ਸਾਲਾਂ ਵਿੱਚ ਉਸਨੂੰ ਬੇਲਦਾਰ ਰੈਜੀਮੈਂਟ ਵਿੱਚ ਬਦਲ ਦਿੱਤਾ ਗਿਆ ਸੀ। ਬੇਹੋਸ਼ੀ ਵਿੱਚ ਘੋੜੇ ਤੋਂ ਡਿੱਗ ਕੇ ਮਰ ਗਿਆ। ਸੰਨ 1842 ਦੇ ਵੱਡੇ ਦਿਨਾਂ ਵਿੱਚ ਉਸਨੇ ਇੰਨੀ ਢਿੱਡ ਭਰ ਕੇ ਸ਼ਰਾਬ ਪੀਤੀ ਕਿ ਉਸਨੂੰ ਆਪਣੀ ਜਾਨ ਦੀ ਵੀ ਕੋਈ ਸੁੱਧ ਨਾ ਰਹੀ। ਉਹ ਇਸੇ ਹੀ ਖੁਮਾਰੀ ਵਿੱਚ ਆਪਣੇ ਘੋੜੇ ਤੋਂ ਡਿੱਗ ਕੇ ਐਸਾ ਬੇਸੁੱਧ ਹੋਇਆ ਕਿ ਕਈ ਦਿਨਾਂ ਦੇ ਇਲਾਜ ਕਰਨ ਪਰ ਵੀ ਉਹ ਮੁੜ ਹੋਸ਼ ਵਿੱਚ ਨਾ ਆਇਆ। ਡਿਲਾਰੋਸ਼ੀ ਇਸੇ ਦਿਸ਼ਾ ਵਿੱਚ ਮਰ ਗਿਆ। ਲਾਹੌਰ ਵਿੱਚ ਉਸਦੀ ਕਬਰ ਮੌਜੇ ਦਰਿਆ ਦੇ ਮਕਬਰੇ ਦੇ ਲਾਗੇ ਪੱਕੀ ਬਣਵਾਈ ਗਈ ਸੀ। 9ਵਾਂ ਅਰਗੋਂਡ, ਕੌਮੀਅਤ ਫਰਾਂਸੀਸੀ, ਨੌਕਰੀ ਦਾ ਸਮਾਂ ਨਵੰਬਰ 1836 ਤੋਂ 1837, ਤਲਬ 400 ਰੁਪਏ ਪ੍ਰਤੀ ਮਹੀਨਾ। ਅਰਗੋਂਡ ਰੰਗਰੂਟਾਂ ਦੀ ਸਿਖਲਾਈ ਪਰ ਅਰਗੋਂਡ ਬਾਰੇ ਪੁਰਾਣੇ ਪੰਨਿਆਂ ਤੋਂ ਕੇਵਲ ਇੰਨਾ ਹੀ ਥਹੁ ਮਿਲਦਾ ਹੈ ਕਿ ਉਹ ਨਵੰਬਰ ਸੰਨ 1836 ਵਿੱਚ ਨਵੇਂ ਭਰਤੀ ਹੋਏ ਰੰਗਰੂਟਾਂ ਨੂੰ ਪਹਾੜੀ ਕਵੈਦ ਸਿਖਾਉਣ ਦੇ ਕੰਮ ਪਰ 500 ਰੁਪਇਆ ਮਹੀਨਾ ਤਲਬ ਪਰ ਨੌਕਰ ਰੱਖਿਆ ਗਿਆ ਸੀ। ਅਰਗੋਂਡ ਬੜੇ ਨੀਵੇਂ ਆਚਰਨ ਦਾ ਬੰਦਾ ਸੀ। ਲਾਹੌਰ ਵਿੱਚ ਝੱਬਦੇ ਹੀ ਉਸਦੀਆਂ ਬੁਰੀਆਂ ਕਰਤੂਤਾਂ ਆਮ ਜਨਤਾ ਪਰ ਪ੍ਰਗਟ ਹੋ ਗਈਆਂ। ਉਹ ਜਦ ਸ਼ਰਾਬ ਦੇ ਲੋਰੇ ਵਿੱਚ ਲਾਹੌਰ ਦੀਆਂ ਸੜਕਾਂ ਪਰ ਨਿਕਲਦਾ ਹੁੰਦਾ ਸੀ ਤਾਂ ਇਹ ਆਪਣੇ ਆਪ ਨੂੰ ਨੈਪੋਲੀਅਨ ਬੋਨਾਪਾਰਟ ਸਮਝਦਾ ਹੁੰਦਾ ਸੀ। ਨੌਕਰੀ ਤੋਂ ਵੱਖ ਕਰਨਾ। ਅਰਗੋਂਡ ਦੀਆਂ ਰੋਜ਼-ਰੋਜ਼ ਦੀਆਂ ਅਯੋਗ ਕਰਤੂਤਾਂ ਤੋਂ ਤੰਗ ਆ ਕੇ ਮਹਾਰਾਜਾ ਸਾਹਿਬ ਨੇ ਉਸਨੂੰ 5 ਮਹੀਨਿਆਂ ਦੀ ਨੌਕਰੀ ਦੇ ਉਪਰੰਤ ਅਪ੍ਰੈਲ ਸੰਨ 1837 ਵਿੱਚ ਨੌਕਰੀ ਤੋਂ ਵੱਖ ਕਰ ਦਿੱਤਾ। ਕਪਤਾਨ ਬਾਰਨਸ ਦੀ ਰਾਏ। ਅਰਗੋਂਡ ਲਾਹੌਰ ਤੋਂ ਨਿਕਲ ਕੇ ਨੌਕਰੀ ਦੀ ਭਾਲ ਵਿੱਚ ਭਾਵਲਪੁਰ ਦੇ ਰਾਹ ਕਾਬਲ ਨੂੰ ਤੁਰ ਗਿਆ। ਇਹਨਾਂ ਦਿਨਾਂ ਵਿੱਚ ਕਪਤਾਨ ਬਾਰਨਸ ਤੇ ਕਪਤਾਨ ਵੁੱਡ ਅੰਗਰੇਜ਼ੀ ਮਿਸ਼ਨ ਪਰ ਕਾਬਲ ਜਾਂਦੇ ਹੋਏ 12 ਮਈ ਸੰਨ 1837 ਨੂੰ ਜਦ ਭਾਵਲਪੁਰ ਪਹੁੰਚੇ ਤਾਂ ਉਹਨਾਂ ਨੂੰ ਕਿਸੇ ਦੱਸਿਆ ਕਿ ਉੱਥੇ ਦੀ ਕਾਰਵਾਨੀ ਸਰਾਂ ਵਿੱਚ ਇੱਕ ਯੂਰਪੀਨ ਠਹਿਰਿਆ ਹੋਇਆ ਹੈ। ਬਾਰਨਸ ਲਿਖਦਾ ਹੈ, ਯੂਰਪੀਨ ਦਾ ਨਾਮ ਸੁਣ ਕੇ ਮੈਂ ਉਸੇ ਵਕਤ ਆਪਣਾ ਨੌਕਰ ਸਰਾਂ ਵਿੱਚ ਭੇਜ ਕੇ ਉਸਨੂੰ ਆਪਣੇ ਪਾਸ ਬੁਲਵਾ ਲਿਆ। ਇਹ ਸਮਾਂ ਰਾਤ ਦੇ ਖਾਣੇ ਦਾ ਸੀ। ਉਸ ਪਾਸ ਨੌਕਰ ਪਹੁੰਚਣ ਦੀ ਢਿੱਲ ਸੀ ਕਿ ਉਹ ਝੱਟ ਸਾਡੇ ਡੇਰੇ ਪਹੁੰਚ ਗਿਆ ਅਤੇ ਉਸ ਆਪਣੇ ਆਪ ਆਪਣਾ ਨਾਮ ਅਰਗੋਂਡ ਦੱਸਿਆ। ਨਾਲ ਹੀ ਇਹ ਵੀ ਪਤਾ ਲੱਗਾ ਕਿ ਉਹ ਲਾਹੌਰੋਂ ਇੱਥੇ ਪੁੱਜਾ ਸੀ। ਉਹ ਝੱਟ ਸਾਡੇ ਖਾਣੇ ਦੇ ਮੇਜ਼ ਪਰ ਬੈਠ ਗਿਆ ਅਤੇ ਅੱਧੀ ਰਾਤ ਤੱਕ ਲਗਾਤਾਰ ਖਾਂਦਾ ਅਤੇ ਪੀਂਦਾ ਰਿਹਾ। ਇਸ ਸਮੇਂ ਉਹ ਇੰਨੀ ਵੱਧ ਸ਼ਰਾਬ ਪੀ ਗਿਆ ਕਿ ਮੂੰਹ ਤੋਂ ਅਲੜ ਬੜਲ ਕਹਿਣ ਲੱਗ ਪਿਆ ਅਤੇ ਆਜ਼ਾਦੀ ਤੇ ਸਮਾਨਤਾ ਦੇ ਉੱਚੇ-ਉੱਚੇ ਨਾਅਰੇ ਲਾਉਣੇ ਲੱਗਾ। ਇਹ ਮਾਮਲਾ ਰਾਤ ਦਾ ਸੀ। ਅਗਲੇ ਦਿਨ ਦਾ ਹਾਲ ਵੀ ਸੁਣੋ। ਬਾਰਨਸ ਲਿਖਦਾ ਹੈ ਕਿ ਅਗਲੀ ਭਲਕ ਨੂੰ ਅਰਗੋਂਡ ਤਿੱਖਾ ਆਇਆ ਅਤੇ ਬਿਨਾਂ ਮੇਰੀ ਆਗਿਆ ਦੇ ਉਹ ਇੱਕਾ-ਇੱਕ ਮੇਰੇ ਸੌਣ ਵਾਲੇ ਕਮਰੇ ਵਿੱਚ ਆ ਵੜਿਆ ਅਤੇ ਉੱਚਾ ਪੁਕਾਰ ਕੇ ਕਹਿਣ ਲੱਗਾ ਕਿ ਹੁਣ 7 ਵੱਜ ਚੁੱਕੇ ਹਨ, ਇਹ ਸੌਣ ਦਾ ਸਮਾਂ ਨਹੀਂ। ਅਰਗੋਂਡ ਦੀ ਵਫਾਦਾਰੀ ਦਾ ਨਮੂਨਾ। ਕਪਤਾਨ ਬਾਰਨਸ ਅੱਗੇ ਜਾ ਕੇ ਲਿਖਦਾ ਹੈ ਕਿ ਅਰਗੋਂਡ ਨੇ ਮੈਨੂੰ ਇਹ ਵੀ ਦੱਸਿਆ ਕਿ ਉਹ ਕਾਬਲ ਜਾ ਕੇ ਅਮੀਰ ਦੋਸਤ ਮੁਹੰਮਦ ਖਾਨ ਨੂੰ ਪ੍ਰੇਰ ਕੇ ਉਹ ਹਰਾ ਝੰਡਾ ਜਹਾਦੀ ਨਿਸ਼ਾਨ ਸਿੱਖਾਂ ਦੇ ਵਿਰੁੱਧ ਖੜਾ ਕਰਵਾ ਕੇ ਉਹਨਾਂ ਦੀ ਹਕੂਮਤ ਨੂੰ ਮੁਕਾ ਦੇਵੇਗਾ। ਅਰਗੋਂਡ ਦਾ ਮੁਸਲਮ ਹੋਣਾ। ਬਾਰਨਸ ਲਿਖਦਾ ਹੈ ਕਿ ਅਸਾਂ ਉਸਦੀ ਬੋਲਚਾਲ ਤੋਂ ਸਮਝ ਲਿਆ ਕਿ ਕਮਲਾ ਹੈ। ਬਾਰਨਸ ਇਹ ਵੀ ਲਿਖਦਾ ਹੈ ਕਿ ਜਦ ਕਾਬਲ ਦੇ ਰਾਹ ਵਿੱਚ ਕਬਾਇਲੀਆਂ ਵੱਲੋਂ ਅਰਗੋਂਡ ਨੂੰ ਔਕੜਾਂ ਦਾ ਸਾਹਮਣਾ ਹੋਇਆ ਤਾਂ ਉਸਨੇ ਮੁਹੰਮਦ ਸਾਹਿਬ ਦਾ ਕਲਮਾ ਪੜ੍ਹ ਕੇ ਮੁਸਲਮਾਨੀ ਮਤ ਧਾਰਨ ਕਰ ਲਿਆ। ਲੈਫਟੈਨੈਂਟ ਵੁੱਡ ਦੀ ਰਾਏ। ਮਿਸਟਰ ਵੁੱਡ ਕਪਤਾਨ ਬਾਰਨਸ ਦਾ ਇਸ ਸਫ਼ਰ ਦੇ ਸਮੇਂ ਸਾਥੀ ਸੀ।
ਉਹ ਅਰਗੋਂਡ ਬਾਰੇ ਬਾਰਨਸ ਤੋਂ ਵੀ 4 ਕਦਮ ਹੋਰ ਅੱਗੇ ਵੱਧ ਕੇ ਉਸਦੇ ਜੀਵਨ ਪਰ ਚਾਨਣਾ ਪਾਉਂਦਾ ਹੈ। ਵੁੱਡ ਲਿਖਦਾ ਹੈ, ਅਸੀਂ ਰਾਤ ਦਾ ਖਾਣਾ ਖਾ ਰਹੇ ਸਾਂ ਕਿ ਇੱਕ ਫਰਾਂਸੀਸੀ ਜਿਸ ਦਾ ਨਾਮ ਅਰਗੋਂਡ ਸੀ ਅੰਦਰ ਆ ਗਿਆ। ਉਸਨੇ ਮੇਜ਼ ਪਰ ਬੈਠਦਿਆਂ ਹੀ ਅੰਧਾਧੁੰਦ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਅਤੇ ਇੰਨੀ ਵੱਧ ਪੀ ਗਿਆ ਕਿ ਬੇਸੁੱਧ ਹੋ ਗਿਆ। ਇਸ ਦਿਸ਼ਾ ਵਿੱਚ ਉਹ ਆਪਣੀਆਂ ਦੋਹਾਂ ਵੀਣੀਆਂ ਨਾਲ ਮੇਜ਼ ਨੂੰ ਉਸ ਧਾਰਨਾ ਨਾਲ ਕੁੱਟਣ ਲੱਗਾ ਜਿਸ ਤਰ੍ਹਾਂ ਫੌਜੀ ਵਾਜੇ ਵਿੱਚ ਤੰਬੂਰ ਡਫਲੀ ਵੱਜਦੀ ਹੈ। ਛੇਕੜ ਉਹ ਇਸੇ ਬੇਸੁੱਧੀ ਵਿੱਚ ਕਿਸੇ ਦੇ ਬਿਸਤਰੇ ਪਰ ਜਾ ਟੱਠਾ। ਅਗਲੀ ਭਲਕ ਨੂੰ ਅਜੇ ਬਹੁਤ ਸਵੇਰ ਸੀ ਕਿ ਅਰਗੋਂਡ ਨੇ ਸਾਡੇ ਕੈਂਪ ਦੇ ਦੁਆਲੇ ਫੇਰੀਆਂ ਲਾਣੀਆਂ ਆਰੰਭ ਦਿੱਤੀਆਂ। ਇੰਨੇ ਨੂੰ ਇਕਾਇਕ ਉਹ ਕਪਤਾਨ ਬਾਰਨਸ ਦੇ ਨਿੱਜ ਦੇ ਕਮਰੇ ਵਿੱਚ ਧੈ ਵੜਿਆ, ਜਦਕਿ ਬਾਰਨਸ ਨੇ ਅਜੇ ਕੱਪੜੇ ਵੀ ਨਹੀਂ ਸਨ ਪਹਿਨੇ। ਪਹਿਲਾਂ ਤਾਂ ਅਰਗੋਂਡ ਨੇ ਕਪਤਾਨ ਨੂੰ ਇੰਨੀ ਦੇਰ ਤੱਕ ਸੁੱਤੇ ਰਹਿਣ ਪਰ ਕੁਝ ਝਾੜ ਪਾਈ, ਫਿਰ ਝੱਟ ਉਸਨੂੰ ਕਹਿਣ ਲੱਗਾ, ਮੈਨੂੰ ਸ਼ਰਾਬ ਪਿਲਾਓ। ਕਪਤਾਨ ਬਾਰਨਸ ਨੇ ਉਸਨੂੰ ਉੱਤਰ ਦਿੱਤਾ ਕਿ ਮੈਂ ਖਾਣੇ ਤੋਂ ਪਹਿਲਾਂ ਸ਼ਰਾਬ ਨਹੀਂ ਵਰਤਦਾ ਹੁੰਦਾ। ਇਸ ਪਰ ਅਰਗੋਂਡ ਨੇ ਬਾਰਨਸ ਨੂੰ ਆਖਿਆ ਕਿ ਆਪ ਨੇ ਮੇਰੀ ਮੰਗ ਤੋਂ ਇਨਕਾਰ ਕਰਕੇ ਮੇਰੀ ਬੇਪਤੀ ਕੀਤੀ ਹੈ, ਮੇਰੇ ਤੋਂ ਮਾਫੀ ਮੰਗੋ। ਇਹ ਗੱਲ ਅਜੇ ਉਸਦੇ ਮੂੰਹ ਵਿੱਚ ਹੀ ਸੀ ਕਿ ਉਹ ਬਾਹਰ ਨੂੰ ਭੱਜ ਗਿਆ। ਅਸੀਂ ਜਦ ਕਾਬਲ ਵਿੱਚ ਠਹਿਰੇ ਹੋਏ ਸਾਂ ਤਾਂ ਸਾਨੂੰ ਪਤਾ ਲੱਗਾ ਕਿ ਅਰਗੋਂਡ ਵੀ ਕਾਬਲ ਪਹੁੰਚ ਗਿਆ ਹੈ, ਪਰ ਉਹ ਆਪਣੇ ਉਸ ਅਯੋਗ ਵਰਤਾਵ ਦੇ ਕਾਰਨ ਜੋ ਉਸਨੇ ਭਾਵਲਪੁਰ ਵਿੱਚ ਸਾਡੇ ਨਾਲ ਵਰਤਿਆ ਸੀ, ਉਹ ਕਾਬਲ ਵਿੱਚ ਸਾਡੇ ਸਾਹਮਣੇ ਆਉਣ ਦਾ ਹਿਆ ਨਾ ਕਰ ਸਕਿਆ। ਕਾਬਲ ਵਿੱਚ ਅਮੀਰ ਦੋਸਤ ਮੁਹੰਮਦ ਖਾਨ ਨੇ ਅਰਗੋਂਡ ਨੂੰ ਮੂੰਹ ਨਾ ਲਾਇਆ ਅਤੇ ਉਹ ਬਿਨਾਂ ਸਾਨੂੰ ਮਿਲੇ ਦੇ ਪਿਸ਼ਾਵਰ ਵੱਲ ਚਲਾ ਗਿਆ। ਪਿੱਛੋਂ ਜਾ ਕੇ ਪਤਾ ਲੱਗਾ ਕਿ ਅਰਗੋਂਡ ਕਲਕੱਤੇ ਵਿੱਚ ਇੱਕ ਪੈਸੇ ਲਈ ਆਤਰ ਹੋ ਕੇ ਰੁਲ ਖੁਲ ਗਿਆ। 10ਵਾਂ ਜੌਨ ਡਿਫਾਂਸੀਓ, ਕੌਮੀਅਤ ਫਰਾਂਸੀਸੀ, ਨੌਕਰੀ ਦਾ ਸਮਾਂ ਜਨਵਰੀ 1841 ਤੋਂ ਨਵੰਬਰ 1843, ਤਲਬ 800 ਰੁਪਏ ਪ੍ਰਤੀ ਮਹੀਨਾ। ਡਿਫਾਂਸੀਓ ਫਰਾਂਸ ਦੀ ਫੌਜ ਵਿੱਚ ਕਰਨੈਲ ਰਹਿ ਚੁੱਕਾ ਸੀ। ਉਹ ਸਣੇ ਆਪਣੇ ਪੁੱਤਰ ਦੇ ਪੰਜਾਬ ਆਇਆ ਸੀ। ਡਿਫਾਂਸੀਓ ਜਰਹਪੋਸ਼ਾ ਵਿੱਚ ਜਰਨੈਲ ਐਲਾਰਡ ਦੀ ਜਾਣ ਪਛਾਣ ਦੇ ਕਾਰਨ ਉਸਨੂੰ ਛੇਤੀ ਹੀ ਨੌਕਰੀ ਮਿਲ ਗਈ। ਡਿਫਾਂਸੀਓ ਨੂੰ ਮਹਾਰਾਜਾ ਸ਼ੇਰ ਸਿੰਘ ਨੇ ਐਲਾਰਡ ਦੇ ਫਰਾਂਸੀਸੀ ਜਰਹਪੋਸ਼ ਡੇਰੇ ਵਿੱਚ 800 ਰੁਪਇਆ ਮਹੀਨਾ ਤਲਬ ਪਰ ਕਰਨੈਲੀ ਦਾ ਅਹੁਦਾ ਦੇ ਕੇ ਨੌਕਰ ਰੱਖ ਲਿਆ। ਸੰਨ 1843 ਵਿੱਚ ਡਿਫਾਂਸੀਓ ਨੇ ਬਿਮਾਰ ਹੋ ਜਾਣ ਦੇ ਕਾਰਨ ਨੌਕਰੀ ਛੱਡ ਦਿੱਤੀ। ਉਹ ਕਦੇ ਵੀ ਮੈਦਾਨ ਜੰਗ ਵਿੱਚ ਨਾ ਸੀ ਗਿਆ। 11ਵਾਂ ਹੈਨਰੀ ਡਿਫਾਂਸੀਓ, ਕੌਮੀਅਤ ਫਰਾਂਸੀਸੀ, ਨੌਕਰੀ ਦਾ ਸਮਾਂ 1841 ਤੋਂ 1843, ਤਲਬ 300 ਰੁਪਏ ਪ੍ਰਤੀ ਮਹੀਨਾ। ਹੈਨਰੀ ਡਿਫਾਂਸੀਓ ਜੌਨ ਦਾ ਪੁੱਤ ਸੀ। ਪਾਠਕ ਹੈਨਰੀ ਡਿਫਾਂਸੀਓ ਬਾਰੇ ਉਸਦੇ ਪਿਤਾ ਦੇ ਸਮਾਚਾਰ ਵਿੱਚ ਪੜ੍ਹ ਆਏ ਹਨ ਕਿ ਡਿਫਾਂਸੀਓ ਪਿਓ ਪੁੱਤਰ ਦੋਵੇਂ ਖਾਲਸਾ ਫੌਜ ਵਿੱਚ ਨੌਕਰੀ ਲਈ ਇਕੱਠੇ ਆਏ ਸਨ। ਮਹਾਰਾਜਾ ਸ਼ੇਰ ਸਿੰਘ ਦੀ ਤਖਤ ਨਸ਼ੀਨੀ ਸਮੇਂ ਉਹ ਲਾਹੌਰ ਪਹੁੰਚੇ ਸਨ। ਮਹਾਰਾਜਾ ਨੇ ਦੋਹਾਂ ਪਿਓ ਪੁੱਤਰਾਂ ਨੂੰ ਐਲਾਰਡ ਦੀ ਸਿਫਾਰਿਸ਼ ਪਰ ਨੌਕਰ ਰੱਖ ਲਿਆ। ਐਲਾਰਡ ਦੀ ਤਹਿਤ ਵਿੱਚ ਛੋਟਾ ਡਿਫਾਂਸੀਓ ਵੀ ਐਲਾਰਡ ਦੇ ਡੇਰੇ ਵਿੱਚ ਲਾ ਲਿਆ ਗਿਆ ਸੀ। ਕਿਉਂਕਿ ਇਸਨੂੰ ਵਧੇਰੇ ਫੌਜੀ ਹੁਨਰ ਨਹੀਂ ਸੀ ਆਉਂਦਾ, ਇਸ ਲਈ ਉਸਨੂੰ 300 ਰੁਪਇਆ ਮਹੀਨਾ ਤਲਬ ਪਰ ਨੌਕਰ ਰੱਖਿਆ ਗਿਆ। 2 ਸਾਲ ਨੌਕਰੀ ਕਰਨ ਦੇ ਉਪਰੰਤ ਉਹ ਆਪਣੇ ਪਿਤਾ ਦੀ ਬਿਮਾਰੀ ਦੇ ਕਾਰਨ ਉਸਦੇ ਨਾਲ ਹੀ ਨੌਕਰੀ ਛੱਡ ਗਿਆ। ਇਹ ਵੀ ਆਪਣੇ ਬਜ਼ੁਰਗ ਪਿਤਾ ਦੀ ਤਰ੍ਹਾਂ ਕਿਸੇ ਰਣ ਤੱਤੇ ਵਿੱਚ ਕਦੇ ਨਹੀਂ ਸੀ ਗਿਆ। 12ਵਾਂ ਗਿਲੋਟ, ਕੌਮੀਅਤ ਫਰਾਂਸੀਸੀ, ਨੌਕਰੀ ਦਾ ਸਮਾਂ 1842 ਤੋਂ 1844, ਤਲਬ 300 ਰੁਪਏ ਪ੍ਰਤੀ ਮਹੀਨਾ। ਗਿਲੋਟ ਮਹਾਰਾਜਾ ਸ਼ੇਰ ਸਿੰਘ ਦੇ ਰਾਜ ਸਮੇਂ ਲਾਹੌਰ ਆਇਆ ਸੀ। ਉਹ ਫੌਜੀ ਕੰਮ ਸਾਧਾਰਨ ਜਿਹਾ ਜਾਣਦਾ ਸੀ। 300 ਰੁਪਇਆ ਮਹੀਨਾ ਤਲਬ ਪਰ ਤੋਪਖਾਨੇ ਦੇ ਰੰਗਰੂਟਾਂ ਨੂੰ ਕਵਾਇਦ ਦੱਸਣ ਲਈ ਨੌਕਰ ਰੱਖ ਲਿਆ ਗਿਆ। ਸਧਾਰਨ ਅਧਿਆਪਕ ਸੀ। ਗਿਲੋਟ ਦੀ ਫੌਜੀ ਯੋਗਤਾ ਇੱਕ ਅਧਿਆਪਕ ਤੋਂ ਵੱਧ ਨਹੀਂ ਸੀ। ਉਸਨੂੰ ਸੰਨ 1844 ਦੇ ਆਰੰਭ ਵਿੱਚ ਨੌਕਰੀ ਤੋਂ ਵੱਖ ਕੀਤਾ ਗਿਆ। ਉਹ ਕਦੇ ਕਿਸੇ ਲੜਾਈ ਵਿੱਚ ਨਹੀਂ ਸੀ ਗਿਆ। 13ਵਾਂ ਗੈਰਵੈਸ, ਕੌਮੀਅਤ ਫਰਾਂਸੀਸੀ, ਨੌਕਰੀ ਦਾ ਸਮਾਂ 1842 ਤੋਂ 1843, ਤਲਬ 250 ਰੁਪਏ ਪ੍ਰਤੀ ਮਹੀਨਾ।
ਗੈਰਵੈਸ ਬਾਰੂਦਖਾਨੇ ਵਿੱਚ। ਗੈਰਵੈਸ ਨੇ ਨੌਕਰ ਹੋਣ ਸਮੇਂ ਆਪਣੇ ਆਪ ਨੂੰ ਫਰਾਂਸੀਸੀ ਲਿਖਾਇਆ ਸੀ। ਉਸਨੇ ਬਾਰੂਦਖਾਨੇ ਵਿੱਚ 1 ਸਾਲ ਕੰਮ ਕੀਤਾ। ਉਹ ਕਿਸੇ ਹੁਨਰ ਦਾ ਜਾਣੂ ਨਹੀਂ ਸੀ, ਇਸ ਲਈ ਇਸ ਨੂੰ ਛੇਤੀ ਹੀ ਨੌਕਰੀ ਤੋਂ ਵੱਖ ਕਰ ਦਿੱਤਾ ਗਿਆ। ਉਹ ਕਦੇ ਜੰਗ ਵਿੱਚ ਨਹੀਂ ਸੀ ਗਿਆ। 14ਵਾਂ ਬਾਇਲ, ਕੌਮੀਅਤ ਫਰਾਂਸੀਸੀ, ਨੌਕਰੀ ਦਾ ਸਮਾਂ 1843 ਤੋਂ 1845, ਤਲਬ 300 ਰੁਪਏ ਪ੍ਰਤੀ ਮਹੀਨਾ। ਬਾਇਲ ਕੰਪਨੀ ਦਾ ਭਗੌੜਾ ਸੀ। ਬਾਇਲ ਬਾਰੇ ਖਾਲਸਾ ਦਰਬਾਰ ਦੀਆਂ ਲਿਖਤਾਂ ਤੋਂ ਬਹੁਤ ਥੋੜੇ ਸਮਾਚਾਰ ਮਿਲਦੇ ਹਨ। ਮੈਕਗ੍ਰੈਗਰ ਆਪਣੀ ਲਿਖਤ ਹਿਸਟਰੀ ਵਿੱਚ ਲਿਖਦਾ ਹੈ ਕਿ ਬਾਇਲ ਫਸਟ ਯੂਰਪੀਅਨ ਲਾਈਟ ਇਨਫੈਂਟਰੀ ਵਿੱਚੋਂ ਭਗੌੜਾ ਹੋ ਕੇ ਪੰਜਾਬ ਆਇਆ ਸੀ, ਜੋ ਖਾਲਸਾ ਫੌਜ ਵਿੱਚ ਨੌਕਰ ਹੋ ਗਿਆ। ਉਹ ਸਣੇ ਆਪਣੇ ਇੱਕ ਹੋਰ ਸਾਥੀ ਦੇ ਸਤਲੁਜ ਦੀ ਲੜਾਈ ਵਿੱਚ ਸ਼ਾਮਲ ਸੀ। ਇਸ ਦੇ ਉਪਰੰਤ ਬਾਇਲ ਦਾ ਕੋਈ ਪਤਾ ਨਹੀਂ ਮਿਲਿਆ। 15ਵਾਂ ਜੈਰਵਸ, ਕੌਮੀਅਤ ਫਰਾਂਸੀਸੀ, ਨੌਕਰੀ ਦਾ ਸਮਾਂ 1842, ਤਲਬ 150 ਰੁਪਏ ਪ੍ਰਤੀ ਮਹੀਨਾ। ਜੈਰਵਸ ਦਾ ਹਾਲ ਖਾਲਸਾ ਦਰਬਾਰ ਦੀਆਂ ਲਿਖਤਾਂ ਵਿੱਚ ਕੇਵਲ ਇੱਕੋ ਵਾਰੀ ਆਵਦਾ ਹੈ। ਕਰਨਲ ਗਾਰਡਨਰ ਨੇ ਜੈਰਵਸ ਦਾ ਨਾਮ ਆਪਣੀ ਲਿਖਤ ਵਿੱਚ ਲਿਖਿਆ ਹੈ। ਉਸ ਦੀ ਨੌਕਰੀ 1 ਸਾਲ ਤੋਂ ਘੱਟ ਸੀ। ਉਹ ਕਿਸੇ ਲੜਾਈ ਵਿੱਚ ਸ਼ਾਮਲ ਨਹੀਂ ਸੀ ਹੋਇਆ। 16ਵਾਂ ਡਿਪੋਇਸ, ਕੌਮੀਅਤ ਫਰਾਂਸੀਸੀ, ਨੌਕਰੀ ਦਾ ਸਮਾਂ 1842 ਤੋਂ 1844, ਤਲਬ 500 ਰੁਪਏ ਪ੍ਰਤੀ ਮਹੀਨਾ। ਡਿਪੋਇਸ ਨੂੰ ਜਰਨੈਲ ਵੈਂਤੂਰਾ ਨੇ ਫਰਾਂਸ ਤੋਂ ਲਾਹੌਰ ਮੰਗਵਾਇਆ ਸੀ। ਪਹਿਲਾਂ ਉਸ ਨੂੰ ਤੋਪਖਾਨੇ ਵਿੱਚ ਲਾਇਆ ਗਿਆ ਅਤੇ ਉਹ ਨਵੇਂ ਭਰਤੀ ਹੋਏ ਰੰਗਰੂਟਾਂ ਨੂੰ ਕੰਮ ਦੱਸਦਾ ਸੀ। 1 ਸਾਲ ਬਾਅਦ ਇੱਕ ਰੈਜੀਮੈਂਟ ਦੀ ਕਮਾਂਡ ਪੁਰ ਕਰਨ ਲਈ ਤਰੱਕੀ ਦਿੱਤੀ ਗਈ, ਪਰ ਉਹ ਇੰਨਾ ਮੂਰਖ ਸੀ ਕਿ ਉਹ ਆਪਣੀ ਰੈਜੀਮੈਂਟ ਦੇ ਪ੍ਰਬੰਧ ਨੂੰ ਕਾਬੂ ਰੱਖਣ ਦੇ ਮੂਲੋਂ ਹੀ ਅਸਮਰਥ ਸੀ। ਉਸ ਦੀ ਰੈਜੀਮੈਂਟ ਵਿੱਚ ਸਦਾ ਅਸ਼ਾਂਤੀ ਵਰਤੀ ਰਹਿੰਦੀ ਸੀ। ਇਸ ਲਈ ਸੰਨ 1844 ਵਿੱਚ ਉਸ ਨੂੰ ਨੌਕਰੀ ਤੋਂ ਵੱਖ ਕਰ ਦਿੱਤਾ ਗਿਆ। ਆਪਣੀ ਨੌਕਰੀ ਸਮੇਂ ਉਹ ਕਦੇ ਕਿਸੇ ਮੈਦਾਨ ਜੰਗ ਵਿੱਚ ਨਹੀਂ ਸੀ ਗਿਆ। 17ਵਾਂ ਫਾਰਸ, ਕੌਮੀਅਤ ਫਰਾਂਸੀਸੀ, ਨੌਕਰੀ ਦਾ ਸਮਾਂ 1841 ਤੋਂ 1842, ਤਲਬ 300 ਰੁਪਏ ਪ੍ਰਤੀ ਮਹੀਨਾ। 1 ਸਾਲ ਬਾਰੂਦਖਾਨੇ ਦੀ ਨੌਕਰੀ। ਫਾਰਸ 1 ਸਾਲ ਬਾਰੂਦਖਾਨੇ ਵਿੱਚ ਨੌਕਰ ਰਿਹਾ। ਉਹ ਫੌਜੀ ਕੰਮ ਤੋਂ ਅਣਜਾਣੂ ਸੀ। ਉਹ 1 ਸਾਲ ਦੇ ਬਾਅਦ ਪੰਜਾਬ ਤੋਂ ਚਲਾ ਗਿਆ। 18ਵਾਂ ਰੋਸਾਈਕਸ, ਕੌਮੀਅਤ ਫਰਾਂਸੀਸੀ, ਨੌਕਰੀ ਦਾ ਸਮਾਂ 1843 ਤੋਂ 1844, ਤਲਬ 500 ਰੁਪਏ ਪ੍ਰਤੀ ਮਹੀਨਾ। ਇਹ ਇੰਜੀਨੀਅਰ ਸੀ। ਰੋਸਾਈਕਸ ਫਰਾਂਸ ਦਾ ਵਸਨੀਕ ਸੀ। ਉਸਨੇ ਫਰਾਂਸ ਦੇ ਕਿਸੇ ਇੰਜੀਨੀਅਰੀ ਦੇ ਸਕੂਲ ਵਿੱਚ ਸੜਕਾਂ ਤੇ ਪੁਲਾਂ ਦੇ ਬਣਾਉਣ ਦਾ ਕੰਮ ਸਿੱਖਿਆ ਸੀ। ਮਹਾਰਾਜਾ ਸ਼ੇਰ ਸਿੰਘ ਦੀ ਹਜ਼ੂਰੀ ਵਿੱਚ ਜਦ ਉਹ ਹਾਜ਼ਰ ਹੋਇਆ ਤਾਂ ਮਹਾਰਾਜਾ ਸਾਹਿਬ ਨੇ ਇਸ ਨੂੰ 500 ਰੁਪਇਆ ਮਹੀਨਾ ਪਰ ਇੰਜੀਨੀਅਰੀ ਦੇ ਕੰਮ ਲਈ ਨੌਕਰ ਰੱਖ ਲਿਆ। ਰੋਸਾਈਕਸ ਲਗਭਗ 1 ਸਾਲ ਦਰਬਾਰ ਦੀ ਨੌਕਰੀ ਵਿੱਚ ਰਿਹਾ। ਇਸ ਸਮੇਂ ਵਿੱਚ ਇਸ ਨੇ ਕਈ ਸੜਕਾਂ ਤੇ ਪੁਲਾਂ ਤਿਆਰ ਕਰਵਾਈਆਂ। ਜੰਗੀ ਸੇਵਾ ਕੋਈ ਨਹੀਂ ਸੀ। 19ਵਾਂ ਅਲੈਗਜ਼ੈਂਡਰ ਜਾਂ ਮੁਹੰਮਦ ਸਦੀਕ, ਕੌਮੀਅਤ ਫਰਾਂਸੀਸੀ, ਨੌਕਰੀ ਦਾ ਸਮਾਂ 1841 ਤੋਂ 1843, ਤਲਬ 150 ਰੁਪਏ ਪ੍ਰਤੀ ਮਹੀਨਾ। ਅਲੈਗਜ਼ੈਂਡਰ ਖਾਲਸੇ ਪਾਸ ਨੌਕਰੀ ਹੋਣ ਤੋਂ ਪਹਿਲਾਂ ਕੁਝ ਸਮਾਂ ਸ਼ਾਹ ਸੁਜਾ ਪਾਸ ਨੌਕਰ ਰਹਿ ਚੁੱਕਾ ਸੀ। ਸ਼ਾਹ ਨੇ ਇਸ ਨੂੰ ਕਈ ਤਰ੍ਹਾਂ ਦੇ ਹਰੇ ਭਰੇ ਬਾਗ ਦੱਸ ਕੇ ਮੁਸਲਮਾਨ ਬਣਾ ਲਿਆ। ਜਦ ਮੁਸਲਮਾਨ ਹੋਣ ਪਰ ਵੀ ਉਸ ਦੀਆਂ ਆਸਾਂ ਅਧੂਰੀਆਂ ਰਹੀਆਂ ਤਾਂ ਉਸਨੇ ਸ਼ਾਹ ਸੁਜਾ ਅਲ ਮੁਲਕ ਦੀ ਨੌਕਰੀ ਛੱਡ ਦਿੱਤੀ। ਅਲੈਗਜ਼ੈਂਡਰ ਸ਼ਾਹ ਦੀ ਨੌਕਰੀ ਤੋਂ ਵੱਖ ਹੋ ਕੇ ਕਈ ਦੇਸ਼ਾਂ ਵਿੱਚ ਫਿਰਦਾ ਹੋਇਆ ਸੰਨ 1841 ਦੇ ਛੇਕੜਲੇ ਦਿਨਾਂ ਵਿੱਚ ਲਾਹੌਰ ਪੁੱਜਾ। ਮਹਾਰਾਜਾ ਸ਼ੇਰ ਸਿੰਘ ਦੇ ਸਾਹਮਣੇ ਹਾਜ਼ਰੀ ਹੋਈ। ਉਹ ਫੌਜੀ ਕੰਮ ਬਹੁਤ ਘੱਟ ਜਾਣਦਾ ਸੀ। ਉਸ ਨੂੰ ਮੇਜਰ ਹੋਲਮਜ਼ ਦਾ ਸਹਾਇਕ ਲਾ ਲਿਆ ਗਿਆ। ਕੰਮ ਦੇਖਣ ਪਰ 150 ਰੁਪਇਆ ਉਸ ਦੀ ਤਲਬ ਨਿਯਤ ਕੀਤੀ ਗਈ। ਹੈਰਾਨਗੀ ਦੀ ਗੱਲ ਇਹ ਹੈ ਕਿ ਅਲੈਗਜ਼ੈਂਡਰ ਦੇ ਪੰਜਾਬ ਵਿੱਚੋਂ ਚਲੇ ਜਾਣ ਬਾਰੇ ਕੋਈ ਖਬਰ ਨਹੀਂ ਮਿਲਦੀ। ਜੰਗੀ ਸੇਵਾ ਕੋਈ ਨਹੀਂ। 20ਵਾਂ ਡੁਬੋਇਗਨਨ, ਕੌਮੀਅਤ ਫਰਾਂਸੀਸੀ, ਨੌਕਰੀ ਦਾ ਸਮਾਂ 1836 ਤੋਂ 1837, ਤਲਬ
300 रुपए प्रति महीना। डुबोइगनन लाहौर आउण तो पहलां बेगम समरू दी फौज विच नौकर रह चुका सी। सन 1834 विच जरनैल वेंतूरा ने महाराजा साहिब तो 3 महीनिਆਂ ਦੀ छुट्टी ਲਈ ਸੀ ਤਾਂ ਕਿ ਉਹ ਹਿੰਦੁਸਤਾਨ ਦੀਆਂ ਪ੍ਰਸਿੱਧ ਇਤਿਹਾਸਕ ਯਾਦਗਾਰਾਂ ਦੀ ਸੈਰ ਕਰੇ। ਵੈਂਤੂਰਾ ਦਿੱਲੀ ਆਦਿ ਦੇਖ ਕੇ ਜਦ ਮੇਰਠ ਪੁੱਜਾ ਤਾਂ ਉੱਥੇ ਉਸ ਨੂੰ ਡੁਬੋਇਗਨਨ ਮਿਲਿਆ ਅਤੇ ਕਈ ਦਿਨਾਂ ਦੇ ਉਪਰੰਤ ਵੈਂਤੂਰਾ ਨੇ ਉਸ ਨਾਲ ਆਪਣੀ ਸਾਲੀ ਦਾ ਵਿਆਹ ਕਰਵਾ ਦਿੱਤਾ। ਸਨ 1836 ਵਿੱਚ ਬੇਗਮ ਸਮਰੂ ਦੀ ਮੌਤ ਦੇ ਬਾਅਦ ਡੁਬੋਇਗਨਨ ਲਾਹੌਰ ਆ ਗਿਆ। ਇੱਥੇ ਉਸ ਨੂੰ ਵੈਂਤੂਰਾ ਦੀ ਸਿਫਾਰਿਸ਼ ਪਰ ਸ਼ੇਰੇ ਪੰਜਾਬ ਨੇ 300 ਰੁਪਇਆ ਮਹੀਨੇ ਪਰ ਨੌਕਰ ਰੱਖ ਲਿਆ। ਪਹਿਲਾਂ ਉਸ ਨੂੰ ਐਲਾਰਡ ਦਾ ਸਹਾਇਕ ADC ਦਾ ਅਹੁਦਾ ਦਿੱਤਾ। 1 ਸਾਲ ਡੁਬੋਇਗਨਨ ਇਸ ਅਹੁਦੇ ਪਰ ਰਿਹਾ। ਅਗਲੇ ਸਾਲ ਉਹ ਨੌਕਰੀ ਤੋਂ ਵੱਖ ਹੋ ਗਿਆ ਤੇ ਮਹਾਰਾਜਾ ਸਾਹਿਬ ਦੀ ਇੱਛਾ ਅਨੁਸਾਰ ਡੁਬੋਇਗਨਨ ਨੇ ਲਾਹੌਰ ਵਿੱਚ ਸੁਦਾਗਰੀ ਦੀ ਦੁਕਾਨ ਖੋਲ੍ਹ ਲਈ। ਉਹ ਕਸ਼ਮੀਰ ਦੀਆਂ ਸ਼ਾਲਾਂ ਤੇ ਹੋਰ ਕਈ ਦਸਤਕਾਰੀ ਦੀਆਂ ਚੀਜ਼ਾਂ ਇੱਥੋਂ ਫਰਾਂਸ ਭੇਜਦਾ ਸੀ ਅਤੇ ਉੱਥੋਂ ਦੇ ਬਣੇ ਹੋਏ ਹਥਿਆਰ, ਕੱਪੜੇ, ਬੂਟ, ਘੜੀਆਂ ਅਤੇ ਦੂਰਬੀਨਾਂ ਆਦਿ ਲਾਹੌਰ ਵਿੱਚ ਵੇਚ ਕੇ ਕਾਫੀ ਨਫਾ ਕਮਾਉਂਦਾ ਰਿਹਾ। ਕਲਕੱਤੇ ਦੁਕਾਨ ਖੋਲ੍ਹਣੀ। ਮਹਾਰਾਜਾ ਸ਼ੇਰ ਸਿੰਘ ਦੀ ਮੌਤ ਦੇ ਉਪਰੰਤ ਡੁਬੋਇਗਨਨ ਪੰਜਾਬੋਂ ਚਲਾ ਗਿਆ ਅਤੇ ਕਲਕੱਤੇ ਜਾ ਦੁਕਾਨ ਖੋਲ੍ਹੀ, ਪਰ ਉੱਥੇ ਉਸ ਦਾ ਕੰਮ ਨਾ ਚੱਲ ਸਕਿਆ ਅਤੇ ਮੁੜ ਪੰਜਾਬ ਵਿੱਚ ਆ ਕੇ ਲੁਧਿਆਣੇ ਦੁਕਾਨ ਖੋਲ੍ਹੀ। ਉਹ ਉੱਥੇ ਸਨ 1868 ਵਿੱਚ ਮਰ ਗਿਆ। ਡੁਬੋਇਗਨਨ ਜਿੰਨਾ ਚਿਰ ਖਾਲਸੇ ਪਾਸ ਨੌਕਰ ਰਿਹਾ ਉਹ ਕਦੇ ਮੈਦਾਨ ਜੰਗ ਵਿੱਚ ਨਹੀਂ ਸੀ ਗਿਆ। 21ਵਾਂ ਫਰਾਂਸਿਸ। ਕੌਮੀਅਤ ਫਰਾਂਸੀਸੀ। ਨੌਕਰੀ ਦਾ ਸਮਾਂ 1833 ਤੋਂ 1833। ਤਲਬ 150 ਰੁਪਏ ਪ੍ਰਤੀ ਮਹੀਨਾ। ਛੇਤੀ ਹੀ ਨੌਕਰੀ ਤੋਂ ਵੱਖ ਕੀਤਾ ਗਿਆ। ਫਰਾਂਸਿਸ ਬਹੁਤ ਥੋੜਾ ਸਮਾਂ ਖਾਲਸਾ ਫੌਜ ਵਿੱਚ ਰਿਹਾ। ਉਹ ਫੌਜੀ ਕੰਮ ਤੋਂ ਅਣਜਾਣੂ ਹੋਣ ਦੇ ਕਾਰਨ ਬਹੁਤ ਛੇਤੀ ਨੌਕਰੀ ਤੋਂ ਅੱਡ ਕੀਤਾ ਗਿਆ। ਉਹ ਕਦੇ ਮੈਦਾਨ ਜੰਗ ਵਿੱਚ ਨਾ ਸੀ ਗਿਆ। 22ਵਾਂ ਫੌਕੀਨੋਲ। ਕੌਮੀਅਤ ਫਰਾਂਸੀਸੀ। ਨੌਕਰੀ ਦਾ ਸਮਾਂ 1822 ਤੋਂ 1823। ਤਲਬ 150 ਰੁਪਏ ਪ੍ਰਤੀ ਮਹੀਨਾ। ਫੌਕੀਨੋਲ ਨੇ ਕੁਝ ਮਹੀਨੇ ਬੇਲਦਾਰ ਪਲਟਨ ਵਿੱਚ ਅਤੇ ਕੁਝ ਸਮਾਂ ਬਾਰੂਦਖਾਨੇ ਵਿੱਚ ਕੰਮ ਕੀਤਾ, ਪਰ ਇਸ ਦਾ ਸੁਭਾਅ ਬੜਾ ਕਰੋਧੀ ਸੀ, ਇਸ ਲਈ ਇਸ ਨੂੰ ਛੇਤੀ ਹੀ ਨੌਕਰੀ ਤੋਂ ਵੱਖ ਕਰ ਦਿੱਤਾ ਗਿਆ। ਉਹ ਮੈਦਾਨ ਜੰਗ ਵਿੱਚ ਕਦੇ ਨਹੀਂ ਸੀ ਗਿਆ। 23ਵਾਂ ਜੌਨ ਸਾਹਿਬ। ਕੌਮੀਅਤ ਫਰਾਂਸੀਸੀ। ਨੌਕਰੀ ਦਾ ਸਮਾਂ 1824। ਤਲਬ 300 ਰੁਪਏ ਪ੍ਰਤੀ ਮਹੀਨਾ। ਜੌਨ ਸਾਹਿਬ ਬਾਰੇ ਵਡੇਰਾ ਹਾਲ ਕਿਸੇ ਲਿਖਤ ਤੋਂ ਨਹੀਂ ਮਿਲਦਾ, ਕੇਵਲ ਪੰਜਾਬ ਰਿਕਾਰਡ ਤੋਂ ਇੰਨਾ ਮਿਲਦਾ ਹੈ ਕਿ ਇੱਕ ਫਰਾਂਸੀਸੀ ਜੌਨ ਸਾਹਿਬ ਨਾਮੀ ਕਾਬਲ ਤੋਂ ਅੰਮ੍ਰਿਤਸਰ ਪੁੱਜਾ। ਉਸ ਨੂੰ ਮਹਾਰਾਜਾ ਰਣਜੀਤ ਸਿੰਘ ਨੇ 10 ਰੁਪਏ ਰੋਜ਼ਾਨਾ ਪਰ ਨੌਕਰ ਰੱਖ ਲਿਆ ਸੀ। ਕਿਸੇ ਲੜਾਈ ਵਿੱਚ ਨਹੀਂ ਸੀ ਗਿਆ। 24ਵਾਂ ਵਿਲੀਅਮ ਲੀ ਜਾਂ ਮੁਹੰਮਦ ਖਾਨ। ਕੌਮੀਅਤ ਫਰਾਂਸੀਸੀ। ਸਮਾਂ 1825 ਤੋਂ 1830। ਤਲਬ 300 ਰੁਪਏ ਪ੍ਰਤੀ ਮਹੀਨਾ। ਲੀ ਫਰਾਂਸ ਵਿੱਚੋਂ ਆ ਕੇ ਪਹਿਲਾਂ ਕੁਝ ਸਮਾਂ ਸਿੰਧ ਵਿੱਚ ਰਿਹਾ। ਉੱਥੇ ਹੀ ਉਸਨੇ ਇਸਲਾਮੀ ਮਤ ਧਾਰਨ ਕੀਤੀ। ਉਸ ਦਾ ਇਸਲਾਮੀ ਨਾਮ ਮੁਹੰਮਦ ਖਾਨ ਰੱਖਿਆ ਗਿਆ। ਨਕਸ਼ਾ ਨਵੀਸੀ ਦੇ ਕੰਮ ਪਰ। ਉਹ ਜੂਨ 1825 ਵਿੱਚ ਲਾਹੌਰ ਪੁੱਜਾ। ਜਦ ਸ਼ੇਰੇ ਪੰਜਾਬ ਦੀ ਹਜ਼ੂਰੀ ਵਿੱਚ ਹਾਜ਼ਰ ਹੋਇਆ ਤਾਂ ਸਰਕਾਰ ਨੇ ਉਸ ਤੋਂ ਪੁੱਛਿਆ ਕਿ ਕੀ ਉਹ ਕੋਈ ਹੁਨਰ ਜਾਣਦਾ ਹੈ। ਇਸਨੇ ਦੱਸਿਆ ਕਿ ਉਹ ਨਕਸ਼ਾ ਨਵੀਸੀ ਦਾ ਕੰਮ ਜਾਣਦਾ ਹੈ। ਉਸ ਸਮੇਂ ਉਸਨੇ ਆਪਣੇ ਤਿਆਰ ਕੀਤੇ ਹੋਏ ਕੁਝ ਨਕਸ਼ੇ, ਜੋ ਸਿੰਧ ਦੇ ਇਲਾਕੇ ਦੇ ਅਤੇ ਇੱਕ ਅਫਗਾਨਿਸਤਾਨ ਦਾ ਸੀ, ਮਹਾਰਾਜਾ ਸਾਹਿਬ ਦੇ ਸਾਹਮਣੇ ਪੇਸ਼ ਕੀਤਾ। ਸ਼ੇਰੇ ਪੰਜਾਬ ਨੇ ਲੀ ਦੇ ਨਕਸ਼ੇ ਦੇਖ ਕੇ ਉਸ ਨੂੰ 300 ਰੁਪਏ ਮਹੀਨਾ ਪਰ ਆਪਣੇ ਪਾਸ ਨਕਸ਼ਾ ਨਵੀਸੀ ਲਈ ਨੌਕਰ ਰੱਖ ਲਿਆ ਅਤੇ ਉਸ ਨੂੰ ਜਰਨੈਲ ਵੈਂਤੂਰਾ ਦੇ ਤਾਹਤ ਵਿੱਚ ਕੰਮ ਸੌਂਪਿਆ ਗਿਆ। ਸਨ 1830 ਦੇ ਉਪਰੰਤ ਖਾਲਸਾ ਦਰਬਾਰ ਦੀਆਂ ਲਿਖਤਾਂ ਤੋਂ ਉਸ ਦਾ ਕੁਝ ਪਤਾ ਨਹੀਂ ਚੱਲਦਾ। ਮਾਲੂਮ ਹੁੰਦਾ ਹੈ ਕਿ ਉਹ ਇਸੇ ਸਾਲ ਲਾਹੌਰ ਵਿੱਚ ਮਰ ਗਿਆ। ਇਸ ਦੀ ਕਬਰ ਦੀ ਭਾਲ ਕੀਤਿਆਂ ਵੀ ਕੋਈ ਪਤਾ ਨਹੀਂ ਮਿਲ ਸਕਿਆ। ਉਹ ਕਿਸੇ ਜੰਗ ਵਿੱਚ ਸ਼ਾਮਲ ਨਹੀਂ ਸੀ ਹੋਇਆ। 25ਵਾਂ ਗੈਰੋਨ। ਕੌਮੀਅਤ ਫਰਾਂਸੀਸੀ। ਨੌਕਰੀ ਦਾ ਸਮਾਂ 1838। ਤਲਬ 250 ਰੁਪਏ ਪ੍ਰਤੀ ਮਹੀਨਾ।
ਇਹ फौजी हुनर तो अणजाणु सी। गैरोन फौजी हुनर बहुत घट जानदा सी। ਪਹਿਲਾਂ ਉਸਨੂੰ ਪਰਤਾਵੇ ਲਈ ਰਸਾਲਾ ਫੌਜ ਨਾਲ ਲਾਇਆ ਗਿਆ, ਪਰ ਬਹੁਤ ਛੇਤੀ ਪਤਾ ਲੱਗ ਗਿਆ ਕਿ ਉਹ ਉਸ ਕੰਮ ਦੀ ਆਪਣੇ ਅੰਦਰ ਕੋਈ ਯੋਗਤਾ ਨਹੀਂ ਸੀ ਰੱਖਦਾ। ਇਸ ਲਈ ਉਸਨੂੰ ਇਸੇ ਸਾਲ ਦੇ ਛੇਕੜ ਪਰ ਨੌਕਰੀ ਤੋਂ ਅੱਡ ਕਰਕੇ ਲਾਹੌਰ ਤੋਂ ਵਿਦਾ ਕਰ ਦਿੱਤਾ ਗਿਆ। ਗੈਰੋਨ ਕਦੇ ਮੈਦਾਨ ਜੰਗ ਵਿੱਚ ਨਹੀਂ ਸੀ ਗਿਆ। ਮੇਜਰ ਪੀਅਰ ਗੈਰੋਨ ਬਾਰੇ ਲਿਖਦਾ ਹੈ ਕਿ ਇਹ ਅੰਗਰੇਜ਼ਾਂ ਦਾ ਖੂਫੀਆ ਏਜੰਟ ਸੀ। ਖਾਲਸਾ ਦਰਬਾਰ ਦੀਆਂ ਫਾਰਸੀ ਲਿਖਤਾਂ ਵਿੱਚ ਗੈਰੋਨ ਦਾ ਨਾਮ ਕਾरून ਲਿਖਿਆ ਹੈ। ਪੁਰਾਣੀ ਫਾਰਸੀ ਵਿੱਚ ਗਾਫ ਦੀ ਥਾਂ ਕਾਫ ਲਿਖਿਆ ਜਾਂਦਾ ਸੀ। ਅੱਜ ਅਸੀਂ ਇਹ ਕਿਤਾਬ ਪੰਨਾ ਨੰਬਰ 159 ਤੱਕ ਪੜ੍ਹੀ ਹੈ। ਇਸ ਦੇ ਨਾਲ ਹੀ ਦੂਜੇ ਭਾਗ ਦੀ ਸਮਾਪਤੀ ਇੱਥੇ ਹੀ ਹੁੰਦੀ ਹੈ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।